सब पहला तो स्वागत है थोड़ा बहुत थैंक यू ਜਿਹੜਾ ਇੰਟਰਨੈਸ਼ਨਲ ਵੂਮਨ ਡੇ ਹੈ ਇਹਦੀ ਪਹਿਲਾਂ ਤਾਂ ਜਿਹੜੀ ਪਿਛੋਕੜ ਆ ਇਹ ਦੱਸੋ ਵੀ ਇਹ ਕਿੱਦਾਂ ਕਿਉਂ ਲੋਕ ਮਨਾਉਣ ਲੱਗੇ ਇਹਦਾ ਕਾਰਨ ਕੀ ਸੀ ਕਦੋਂ ਤੋਂ ਮਨਾਉਣ ਲੱਗੇ ਜਿਹੜਾ ਔਰਤਾਂ ਦੀ ਜੋ ਸਿਚੁਏਸ਼ਨ ਹੈਗੀ ਜੋ ਪੋਜੀਸ਼ਨ ਹੈਗੀ ਔਨ ਦੀ ਹੋਲ ਸਾਰੀ ਦੁਨੀਆ ਵਿੱਚ ਹੀ ਹਾਂਜੀ ਆਪਾਂ ਸਾਰਿਆਂ ਨੂੰ ਪਤਾ ਹੈਗਾ ਲੈ ਵੀ ਵੋਟ ਦਾ ਹੱਕ ਨਹੀਂ ਸੀ ਇਹਨਾਂ ਨੂੰ ਇੰਡੀਆ ਵਿੱਚ ਵੀ ਨਹੀਂ ਸੀ ਇੱਥੇ ਵੀ ਨਹੀਂ ਸੀ ਬੜੀ ਸਟਰਗਲ ਇਹਨਾਂ ਨੂੰ ਕਰਨੀ ਪਈ ਸਫਰੇਟ ਯਾਨੀ ਕਿ ਵੂਮਨਸ ਤੇ ਇਹ ਯਾਨੀ ਕਿ 75 ਤੋਂ ਸ਼ੁਰੂ ਯਾਨੀ ਕਿ ਹੋਇਆ ਹੈਗਾ ਇਹਨੂੰ ਬਣਾਉਣਾ ਤੇ 1975 ਦੇ ਵਿੱਚ ਹੀ ਜਿਹੜਾ ਹੈਗਾ ਸੈਕਸ ਡਿਸਕ੍ਰਿਮੀਨੇਸ਼ਨ ਐਕਟ ਇੱਥੇ ਬਣਿਆ ਬਰਤਾਨੀਆ ਦੇ ਵਿੱਚ ਠੀਕ ਤੇ ਯਾਨੀ ਕਿ ਤੁਸੀਂ ਇਹ ਲਾ ਲਓ ਵੀ ਉਹਨੂੰ ਜਿਹੜਾ ਹੈਗਾ ਆ 45 ਸਾਲ ਹੀ ਹੋਇਆ 45-46 ਸਾਲ ਯਾਨੀ ਕਿ ਤੁਸੀਂ ਲਾ ਲਓ ਯਾਨੀ ਕਿ ਹੋਇਆ ਹਾਂਜੀ ਹਾਂਜੀ ਪਰ ਜਿਹੜੀਆਂ ਹੁਣ ਰਿਪੋਰਟਾਂ ਆਈਆਂ ਹੈਗੀਆਂ ਈਵਨ ਕੱਲ੍ਹ ਤੇ ਪਰਸੋਂ ਦੀਆਂ ਵੀ ਦੇ ਆਰ ਹੌਰੀਫਾਈਂਗ ਈਵਨ ਇਸ ਮੁਲਕ ਵਿੱਚ ਮੋਰ ਦੈਨ 97% ਮੋਰ ਦੈਨ 97% ਔਰਤਾਂ ਕਹਿੰਦੀਆਂ ਵੀ ਆਰ ਨਾਟ ਸੇਫ ਵੀ ਆਰ ਬੀਇੰਗ ਹਰਾਸਡ ਐਵਰੀ ਡੇ ਅਤੇ ਉੱਥੋਂ ਯਾਨੀ ਕਿ ਸਮਝ ਲੱਗਦਾ ਵੀ ਜੇ ਬਰਤਾਨੀਆ ਵਿੱਚ ਇਹ ਹਾਲ ਹੈਗਾ ਅਤੇ ਅਸੀਂ ਕਿੱਥੇ ਖੜ੍ਹੇ ਹਾਂ ਮੈਂ ਸਮਝ ਲਿਆ ਵੀ ਇਹ ਜਿਹੜੀ ਪੋਜੀਸ਼ਨ ਜਦੋਂ ਆਪਾਂ ਈਵਨ 100 ਜਿਹੜੇ ਹੈਗੇ 18 ਕੇਸਿਸ ਪਿਛਲੇ ਸਾਲ ਵਿੱਚ ਮਰਡਰ ਕੀਤੇ ਆ ਯਾਨੀ ਕਿ ਇਸ ਮੁਲਕ ਵਿੱਚ ਬਰਤਾਨੀਆ 'ਚ ਜਿਹੜੀ ਵਾਇਲੈਂਸ ਯਾਨੀ ਕਿ ਵੂਮਨਸ ਦੇ ਖਿਲਾਫ ਯਾਨੀ ਕਿ ਹੋ ਰਹੀ ਹੈ ਜਦੋਂ ਕਿ ਇਹ ਮੁਲਕ ਮੈਂ ਸਮਝਦਾ ਲਿਆ ਵੀ ਕੰਪੈਰੇਟਿਵਲੀ ਬਹੁਤ ਜ਼ਿਆਦਾ ਐਡਵਾਂਸ ਹੈ ਸਾਡੇ ਮੁਲਕ ਨਾਲੋਂ ਤਾਂ ਹਜ਼ਾਰਾਂ ਗੁਣਾ ਯਾਨੀ ਕਿ ਐਡਵਾਂਸ ਹੈ ਯਾਨੀ ਕਿ ਐਜ਼ ਫਾਰ ਐਜ਼ ਵੂਮਨਸ ਪ੍ਰੋਟੈਕਸ਼ਨ ਇਜ਼ ਕੰਸਰਨ ਯਾਨੀ ਕਿ ਜਾਂ ਚਿਲਡਰਨਸ ਪ੍ਰੋਟੈਕਸ਼ਨ ਦੀ ਗੱਲ ਹੈਗੀ ਆ ਕਿਉਂਕਿ ਆਈ ਕੈਨ ਗਿਵ ਯੂ ਪਲੈਥੋਰਾ ਆਫ ਲੈਜਿਸਲੇਸ਼ਨ ਯਾਨੀ ਕਿਹੜੇ ਯਾਨੀ ਕਿ ਲਾਅ ਇਹਨਾਂ ਨੇ ਬਣਾਏ ਹੈ ਅਤੇ ਉਹਨਾਂ ਨੂੰ ਇੰਪਲੀਮੈਂਟ ਵੀ ਕਰਦੇ ਅਤੇ ਇਸ ਤੋਂ ਬਿਨਾਂ ਬਹੁਤ ਸਾਰੀਆਂ ਇਹੋ ਜਿਹੀਆਂ ਔਰਗਨਾਈਜੇਸ਼ਨਸ ਵੀ ਹੈਗੀਆਂ ਜਿਹੜੀਆਂ ਵੂਮਨਸ ਨੂੰ ਬਹੁਤ ਸਪੋਰਟ ਕਰਦੀਆਂ ਦਾ ਵੂਮਨਸ ਏਡ ਹੈ ਯਾਨੀ ਕਿ ਜਾਂ ਹੋਰ ਹੈ ਜੇ ਯਾਨੀ ਕਿ ਆਪਾਂ ਏਸ਼ੀਅਨਸ ਦੀ ਪਰਟੀਕੂਲਰਲੀ ਗੱਲ ਕਰੀਏ ਕਿਉਂਕਿ ਆਪਣਾ ਏਸ਼ੀਅਨ ਪ੍ਰੋਗਰਾਮ ਹੈਗਾ ਆਪਣੀ ਆਡੀਅੰਸ ਵੀ ਯਾਨੀ ਕਿ ਸਾਰੇ ਏਸ਼ੀਅਨਸ ਹੀ ਹੈਗੇ ਆ ਅਤੇ ਮੈਂ ਸਮਝ ਵੀ ਅਸੀਂ ਬਹੁਤ ਘੱਟ ਵੈਰੀ ਲਿਟਲ ਪ੍ਰੋਗਰੈਸ ਯਾਨੀ ਕਿ ਕੀਤੀ ਹੈ ਇਹ ਹੁਣ ਦੀਆਂ ਗੱਲਾਂ ਹੈਗੀਆਂ ਕਿਉਂਕਿ ਤੁਸੀਂ ਮੇਰੇ ਤੋਂ ਇੱਥੇ ਪਹਿਲਾਂ ਦੇ ਆਏ ਆਪਣੇ ਦਰਸ਼ਕ ਜਿਹੜੇ ਹੈਗੇ ਆ ਉਹ ਵੀ ਬਹੁਤ ਦੇਰ ਦੇ ਇੱਥੇ ਆਏ ਹੈਗੇ ਆ ਇਹ ਤਾਂ ਜੇ ਕੱਲ੍ਹ ਦੀਆਂ ਗੱਲਾਂ ਹੈਗੀਆਂ ਜਦੋਂ ਅਸੀਂ ਕੁੜੀਆਂ ਨੂੰ ਕਾਲਜ ਯੂਨੀਵਰਸਿਟੀਆਂ ਭੇਜਣਾ ਸ਼ੁਰੂ ਕੀਤਾ ਹੈਗਾ ਇੱਥੇ ਯਾਨੀ ਕਿ ਮਰਡਰ ਦੇ ਕੇਸ ਹੋਇਆ ਜੇ ਕਿਸੇ ਲੜਕੀ ਨੇ ਕਹਿ ਤਾ ਫਲਾਨੀ ਕਿਸੇ ਹੋਰ ਜਾਤ ਵਿੱਚ ਵਿਆਹ ਕਰਾ ਲਿਆ ਹੈਗਾ ਗੈਰ ਜਾਤ ਵਿੱਚੋਂ ਯਾਨੀ ਕਿ ਉਸ ਜਾਤ ਵਿੱਚ ਨਹੀਂ ਕਰਾਇਆ ਜਾਂ ਕਿਸੇ ਹੋਰ ਧਰਮ ਵਿੱਚ ਕਰਾਇਆ ਮੈਂ ਇੱਥੇ ਬਹੁਤ ਕੁਛ ਲਿਖਿਆ ਹੈ ਅਤੇ ਮੈਂ ਸਮਝ ਲਿਆ ਵੀ ਅਸੀਂ ਕਈ ਵਾਰੀ ਜਿਹੜਾ ਹੈਗਾ ਆ ਆਪਣੇ 'ਤੇ ਬਲੇਮ ਲੈਣ ਦੀ ਬਜਾਏ ਅਸੀਂ ਉਹ ਜੀ ਮਨੂ ਮਰ ਗਿਆ ਹੁਣ ਮਨੂ ਛੱਡੋ ਪਰ ਬਈ ਅਸੀਂ ਕੀ ਕਰਦੇ ਹੈਗੇ ਹਾਂ ਅਸੀਂ ਇਸ ਮੁਲਕ ਦੇ ਵਿੱਚ ਜਿਹੜਾ ਜੋ ਕੁਛ ਅਸੀਂ ਆਪਣੇ ਘਰਾਂ ਵਿੱਚ ਦੇਖਿਆ ਪਿੰਡਾਂ ਵਿੱਚ ਦੇਖਿਆ ਤੁਸੀਂ ਵੀ ਦੇਖਿਆ ਹੋਣਾ ਬਹੁਤ ਜ਼ੁਲਮ ਤਸ਼ੱਦਦ ਯਾਨੀ ਕਿ ਹੁੰਦਾ ਦੇਖਿਆ ਹੈ ਮੈਂ ਉੱਥੇ ਔਰਤਾਂ 'ਤੇ ਅਤੇ ਫਿਰ ਯਾਨੀ ਕਿ ਜਿਹੜਾ ਸਾਰਾ ਸਮਾਜ ਹੈਗਾ ਉਹ ਇੱਕ ਕਿਸਮ ਦਾ ਮੂਕ ਦਰਸ਼ਕ ਬਣਿਆ ਹੈਗਾ ਉਹ ਚੁੱਪ ਕਰਕੇ ਦੇਖ ਰਿਹਾ ਹੈਗਾ ਹਾਂਜੀ ਉੱਥੇ ਜਨਾਨੀਆਂ ਨੂੰ ਯਾਨੀ ਕਿ ਕੁੱਟਮਾਰ ਪੈ ਰਹੀ ਹੈਗੀ ਆ ਉਹ ਘਰ ਦਾ ਵੀ ਨਹੀਂ ਉਹਦੀ ਕੋਈ ਹੈਲਪ ਕਰ ਰਿਹਾ ਹੈਗਾ ਅਤੇ ਦੂਸਰੇ ਯਾਨੀ ਕਿ ਜਿਹੜੇ ਲੋਕ ਹੈਗੇ ਆ ਬਾਹਰਲੇ ਵੀ ਕੋਈ ਕਿਸ ਤਰ੍ਹਾਂ ਦੀ ਕੋਈ ਹੈਲਪ ਨਹੀਂ ਕਰਦੇ ਉਹ ਉਲਟਾ ਬਲੇਮ ਉਹਨੂੰ ਦਿੰਦੇ ਹੈ ਵੀ ਇਹਨੂੰ ਆਦਮੀ ਯਾਨੀ ਕਿ ਕੰਟਰੋਲ ਨਹੀਂ ਕਰਨਾ ਆਉਂਦਾ ਹੈਗਾ ਸੋ ਮੈਂ ਸਮਝਦਾ ਲਿਆ ਵੀ ਜਿਹੜੀ ਇਹ ਸਾਡੀ ਪੋਜੀਸ਼ਨ ਹੈਗੀ ਆ ਜਿਹੜੀ ਆਪਾਂ ਇਹ ਅੱਜ ਗੱਲ ਕਰਨੀ ਚਾਹੁੰਦੇ ਜਿਹਦੇ ਕਿ ਆਪਾਂ ਹੋਰ ਵੀ ਫਿਊਚਰ ਦੇ ਵਿੱਚ ਵੀ ਗੱਲਾਂ ਕਰਨੀਆਂ ਹੈਗੀਆਂ ਜਦੋਂ ਅਸੀਂ ਮਾਂ ਦੀ ਰਿਸਪੈਕਟ ਕਰਦੇ ਹੈਗੇ ਹਾਂ ਸਾਨੂੰ ਕੋਈ ਮਾਂ ਦੀ ਗਾਲ ਕੱਢਦਾ ਹੈਗਾ ਜਾਣੀ ਕਿ ਸਾਨੂੰ ਬੜੀ ਤਕਲੀਫ ਹੁੰਦੀ ਹੈ ਵੀ ਮੇਰੀ ਮਾਂ ਨੂੰ ਗਾਲ ਕਿਸੇ ਨੇ ਕੱਢਤੀ ਹੈ ਜਦੋਂ ਕਿ ਅਸੀਂ ਜਿਹੜੇ ਪੰਜਾਬੀ ਹੈਗੇ ਹਾਂ ਖਾਸ ਕਰਕੇ ਆਪਾਂ ਬਹੁਤ ਸਾਰੇ ਅੱਗੇ ਪ੍ਰੋਗਰਾਮਾਂ ਵਿੱਚ ਗੱਲ ਕੀਤੀ ਹੈ ਸਾਡੀ ਗੱਲ ਹੀ ਮਾਂ ਦੀ ਅਤੇ ਭੈਣ ਦੀ ਗੱਲ ਤੋਂ ਜਾਣੀ ਕਿ ਗਾਲ ਤੋਂ ਸ਼ੁਰੂ ਹੁੰਦੀ ਹੈ ਉਹਨਾਂ ਨੂੰ ਪਤਾ ਨਹੀਂ ਲੱਗਦਾ ਮੈਂ ਗਾਲ ਕੱਢੀ ਹੈ ਯਾਨੀ ਕਿ ਮੈਂ ਸਮਝਦਾ ਵੀ ਜਿਹੜੀ ਇੱਜ਼ਤ ਦੀ ਗੱਲ ਹੈਗੀ ਆ ਜਿਹੜੀ ਅੱਜ ਬੱਚੀ ਜੰਮੀ ਹੈਗੀ ਆ ਅੱਗੇ ਬਹੁਤ ਵਾਰੀ ਗੱਲ ਕੀਤੀ ਹੈ ਉਹਨੇ ਕੱਲ੍ਹ ਨੂੰ ਕਿਸੇ ਦੀ ਮਾਂ ਬਣਨਾ ਹੈ ਉਹ ਕਿਸੇ ਦੀ ਭੈਣ ਹੈ ਕਿਸੇ ਦੀ ਉਹਨੇ ਪਤਨੀ ਬਣਨਾ ਹੈਗਾ ਜਾਂ ਹੋਰ ਜਾਣੀ ਕਿ ਵੂਮਨਸ ਦੀ ਜਿਹੜਾ ਰਿਲੇਸ਼ਨਸ਼ਿਪ ਹੈ ਜਾਂ ਅਸੀਂ ਗੁਰੂ ਸਾਹਿਬ ਦੀ ਗੁਰੂ ਨਾਨਕ ਦੀ ਵੀ ਗੱਲ ਕਰੀ ਜਾਂਦੇ ਹਾਂ ਵੀ 500 550 ਸਾਲ ਹੋ ਗਿਆ ਵੀ ਤੁਸੀਂ ਉਹਦੀ ਗੱਲ ਤੋਂ ਤਾਂ ਸਿੱਖਿਆ ਹੀ ਕੁਛ ਨਹੀਂ ਹੈ ਜਦੋਂ ਵੀ ਮੈਂ ਇਹਨਾਂ ਸਿਚੁਏਸ਼ਨਸ ਨੂੰ ਦੇਖਦਾ ਯਾਨੀ ਕਿ ਦਿਲ ਪਾਟਦਾ ਹੈ ਵੀ ਜਿਹੜਾ ਮੈਨੂੰ ਤਾਂ ਕਈ ਵਾਰੀ ਇਹ ਲੱਗਦਾ ਲੈ ਵੀ ਜਿਹੜੇ ਸਮੁੰਦਰ ਯਾਨੀ ਕਿ ਆਹ ਪਾਣੀ ਨਾਲ ਭਰੇ ਪਏ ਮੇਰਾ ਖਿਆਲ ਔਰਤਾਂ ਦੁਨੀਆ ਭਰ ਜਿਹੜੀਆਂ ਉਹਨਾਂ ਦੇ ਅੰਸੂ ਇਹਦੇ ਨਾਲੋਂ ਜ਼ਿਆਦਾ ਹੈ ਯਾਨੀ ਕਿ ਕਿਤੇ ਵੀ ਜਿਹੜੀ ਤਸ਼ੱਦਦ ਦੀ ਜਿਹੜੀ ਰੋਕ ਹੈਗੀ ਆ ਉਹ ਸਾਡੀ ਸਾਈਕੀ ਵਿੱਚੋਂ ਬਾਹਰ ਨਹੀਂ ਨਿਕਲ ਰਹੀ ਹੈ ਜਿਹੜੀ ਸਾਡੀ ਸਾਈਕੀ ਹੈਗੀ ਆ ਜਿਹੜੀ ਸਾਡੀ ਸਾਈਕੋਲੋਜੀ ਹੈਗੀ ਆ ਹਜੇ ਤੱਕ ਅਸੀਂ ਉਹੋ ਜਿਹੇ ਜਿਹੜੇ ਤਿਉਹਾਰ ਵੀ ਮਨਾ ਰਹੇ ਜਿੱਦਾਂ ਰੱਖੜੀ ਦਾ ਤਿਉਹਾਰ ਹੈਗਾ ਮਤਲਬ ਅਸੀਂ ਇਹ ਕਹਿੰਦੇ ਲੈ ਵੀ ਔਰਤ ਜਿਹੜੀ ਆ ਹਜੇ ਵੀ ਯਾਨੀ ਕਿ ਉਹ ਪ੍ਰੋਟੈਕਸ਼ਨ ਦੀ ਜ਼ਰੂਰਤ ਹੈ ਉਹਨੂੰ ਜਾਂ ਯਾਨੀ ਕਿ ਅਸੀਂ ਲੋਹੜੀ ਦਾ ਮਨਾ ਰਹੇ ਹੈਗੇ ਆ ਲੈ ਵੀ ਹਾਂ ਜੀ ਜਿਹੜਾ ਹੈਗਾ ਮੁੰਡੇ ਦੀ ਲੋਹੜੀ ਪਾਉਣੀ ਕੁੜੀ ਦੀ ਇਹੋ ਜਿਹੇ ਤਿਉਹਾਰ ਜਿਹੜੇ ਬੰਦ ਹੋਣੇ ਚਾਹੀਦੇ ਆ ਕੰਪੈਰੇਟਿਵਲੀ ਅੱਛਾ ਡਾਕਟਰ ਸਾਹਿਬ ਇੱਕ ਵਕਤ ਸੀਗਾ ਲੜਕੀ ਨੂੰ ਕਹਿੰਦੇ ਤੂੰ ਸਾਈਕਲ ਨਹੀਂ ਚਲਾਉਣਾ ਹਾਂਜੀ ਬਿਲਕੁਲ ਬਿਲਕੁਲ ਜਾਂ ਤੂੰ ਸਕੂਲ ਨਹੀਂ ਜਾਣਾ ਜਾਂ ਤੂੰ ਪਿੰਡ ਦੇ ਪਰਲੇ ਪਾਸੇ ਨਹੀਂ ਜਾਣਾ ਕਿਉਂਕਿ ਜਿਹੜੀ ਲੜਕੀ ਆ ਉਹ ਤੁਹਾਡੀ ਨਜ਼ਰਾਂ ਦੇ ਵਿੱਚ ਰਹਿਣੀ ਚਾਹੀਦੀ ਆ ਪਰ ਹੁਣ ਜਿਹੜੀਆਂ ਲੜਕੀਆਂ ਹੈਗੀਆਂ ਉਹ ਡਾਕਟਰ ਵੀ ਆ ਉਹ ਵਕੀਲ ਵੀ ਆ ਉਹ ਮਿਨਿਸਟਰਸ ਵੀ ਹੈਗੀਆਂ
ਕੀ ਤੁਸੀਂ ਇਹਨੂੰ ਇੰਪਰੂਵਮੈਂਟ ਨਹੀਂ ਸਮਝਦੇ, ਇਹਨੂੰ ਤਰੱਕੀ ਨਹੀਂ ਸਮਝਦੇ? ਮੈਂ ਇਹਨੂੰ ਬਿਲਕੁਲ ਨਹੀਂ ਡਿਨਾਈ ਕਰਦਾ ਹੈਗਾ, ਖਾਸ ਕਰਕੇ ਜਿਹੜੀਆਂ ਸਾਡੀਆਂ ਇੱਥੇ ਬੱਚੀਆਂ ਹੈਗੀਆਂ, ਈਵਨ ਓਵਰਆਲ ਬੱਚੀਆਂ, ਚਾਹੇ ਉਹ ਗੋਰਿਆਂ ਦੀਆਂ, ਚਾਹੇ ਉਹ ਕਾਲਿਆਂ ਦੀਆਂ ਹੈਗੀਆਂ, ਚਾਹੇ ਉਹ ਚਾਈਨੀਜ਼ ਦੀਆਂ, ਚਾਹੇ ਯਾਨੀ ਕਿ ਏਸ਼ੀਅਨਸ ਦੀਆਂ ਹੈਗੀਆਂ, ਇੱਥੇ ਬੱਚੀਆਂ ਜਿਹੜੀਆਂ ਉਹ ਕੰਪੈਰੇਟਿਵਲੀ ਮੁੰਡਿਆਂ ਨਾਲੋਂ ਉਹ ਜ਼ਿਆਦਾ ਪੜ੍ਹੀਆਂ ਲਿਖੀਆਂ ਹੈ, ਉਹਨਾਂ ਨੇ ਜ਼ਿਆਦਾ ਪ੍ਰੋਗਰੈਸ਼ਨ ਕੀਤੀ ਹੈ। ਪਰ ਜਦੋਂ ਤੁਸੀਂ ਉਹਨਾਂ ਦੀਆਂ ਜੋਬਸ ਦੇਖਦੇ ਹੈਗੇ ਆ, ਜਾਂ ਈਵਨ MPs ਦੇਖਦੇ ਹੈਗੇ ਆ, 34% ਯਾਨੀ ਕਿ MPs ਜਿਹੜੇ ਹੈਗੀਆਂ ਵੂਮਨਸ ਹੈ, ਉਹ ਯਾਨੀ ਕਿ ਇੱਥੇ ਵੀ ਗੋਰਿਆਂ ਦੇ ਵੀ ਯਾਨੀ ਕਿ ਇਸ ਚੀਜ਼ ਨੂੰ ਮੈਂ ਜਿਹੜਾ ਹੈਗਾ ਕੰਪਲੇਸੈਂਟ ਨਹੀਂ ਹੁੰਦਾ ਹੈਗਾ। ਦੇयर इज अ लॉट ऑफ वर्क टू डू ਯੈਟ। ਸਾਇੰਸ ਦੇ ਫੀਲਡ ਦੇ ਵਿੱਚ, ਇੰਜੀਨੀਅਰਿੰਗ ਦੇ ਫੀਲਡ ਦੇ ਵਿੱਚ, ਯਾਨੀ ਕਿ ਜਾਂ ਜਿਹੜੇ CEO ਯਾਨੀ ਕਿ ਚੀਫ ਯਾਨੀ ਕਿ ਆਫਿਸਰਸ ਕਿੰਨੀਆਂ ਹੈਗੀਆਂ, ਜਿਹੜੇ ਡਾਇਰੈਕਟਰਸ ਕਿੰਨੀਆਂ ਹੈਗੀਆਂ, ਯਾਨੀ ਕਿ ਇਹ ਜਦੋਂ ਗੱਲਾਂ ਹੈਗੀਆਂ, ਪ੍ਰੋਗਰੈਸ਼ਨ ਯਾਨੀ ਕਿ ਉਨੀ ਨਹੀਂ ਹੋਈ ਹੈ ਜਿੰਨੀ ਯਾਨੀ ਕਿ ਹੋਣੀ ਚਾਹੀਦੀ। ਅੱਛਾ, ਇੱਕ ਲੜਕੀ ਆ, ਉਹਨੇ ਕੁਆਲੀਫਿਕੇਸ਼ਨ ਪੈਦਾ ਕਰ ਲੈ ਲਈ, ਉਹ ਯੂਨੀਵਰਸਿਟੀ ਗਈ। ਇਹ ਤੁਸੀਂ ਬਿਲਕੁਲ ਰਾਈਟ ਕਿਹਾ ਕਿ ਇਸ ਮੁਲਕ ਵਿੱਚ ਪੂਰੀ ਦੁਨੀਆ ਵਿੱਚ ਜਿਹੜੀਆਂ ਲੜਕੀਆਂ ਪੜ੍ਹਨ ਨੂੰ ਹੁਸ਼ਿਆਰ ਹੋ, ਜ਼ਿਆਦਾ ਪੜ੍ਹਦੀਆਂ, ਬਿਲਕੁਲ ਦਰੁਸਤ ਗੱਲ ਆ। ਬੱਚੀਆਂ ਪੜ੍ਹ ਗਈਆਂ, ਉਹਨਾਂ ਨੇ ਕੁਆਲੀਫਿਕੇਸ਼ਨ ਲੈ ਲਈ, ਉਹਨਾਂ ਨੂੰ ਵਧੀਆ ਪੋਸਟ ਮਿਲ ਗਈ, ਡਾਕਟਰ ਲੱਗ ਗਈ ਜਾਂ ਵਕੀਲ ਲੱਗ ਗਈ, ਜੋ ਵੀ ਉਹਨਾਂ ਦੀ ਕੁਆਲੀਫਿਕੇਸ਼ਨ, ਉਹ ਆਪਣਾ ਕੰਮ ਕਰਨ ਲੱਗ ਪਈਆਂ। ਬਿਲਕੁਲ ਬਿਲਕੁਲ। ਅੱਛਾ, ਫਰਜ਼ ਕਰ ਲਓ ਜੇ ਜਦੋਂ ਉਹਦਾ ਵਿਆਹ ਹੁੰਦਾ, ਜਿਹੜਾ ਉਹਦਾ ਹਸਬੈਂਡ ਆ, ਕੀ ਉਹਨੂੰ ਉਸ ਲੈਵਲ 'ਤੇ ਦੇਖਦਾ ਜਾਂ ਨਹੀਂ ਦੇਖਦਾ? ਨਹੀਂ ਦੇਖਦਾ ਹੈ, ਨਹੀਂ ਦੇਖਦਾ ਹੈ। ਯਾਨੀ ਕਿ ਉਹਦੇ ਤੋਂ ਐਕਸਪੈਕਟੇਸ਼ਨ ਇਹੀ ਹੈਗੀ ਆ ਵੀ ਜੇ ਕੱਲ੍ਹ ਯਾਨੀ ਕਿ ਨਿਆਣੇ ਹੋ ਗਏ ਹੈਗੇ ਆ, ਕੱਲ੍ਹ ਨੂੰ ਬੱਚੇ ਹੋ ਗਏ ਹੈਗੇ ਆ, ਚਾਹੇ ਉਹ ਆਦਮੀ ਨਾਲੋਂ 10,000 ਪਾਉਂਡ ਜ਼ਿਆਦਾ, 20,000 ਪਾਉਂਡ, 30,000 ਪਾਉਂਡ ਜ਼ਿਆਦਾ ਕਮਾਉਂਦੀ ਹੋਵੇ, ਫਿਰ ਵੀ ਕਹਿਣਾ ਨਹੀਂ, ਯਾਨੀ ਕਿ ਤੇਰੀ ਜ਼ਿੰਮੇਵਾਰੀ ਆ ਇਹ ਨਿਆਣਿਆਂ ਨੂੰ ਪਾਲਣਾ, ਇਹ ਤੇਰੀ ਜ਼ਿੰਮੇਵਾਰੀ ਹੈਗੀ ਹੈ। ਲੈ ਤੂੰ ਘਰ ਦਾ ਜਿਹੜਾ ਸਾਰਾ ਸਫਾਈ ਦਾ ਕੰਮ ਕਰਨਾ, ਜਾਂ ਕਿਚਨ ਦਾ ਯਾਨੀ ਕਿ ਸਾਰਾ ਕੰਮ ਹੈਗਾ, ਜਾਂ ਕੋਈ ਕੱਲ੍ਹ ਨੂੰ ਰਿਸ਼ਤੇਦਾਰ ਆਉਂਦੇ ਹੈਗੇ ਆ, ਜਾਂ ਮੇਰੇ ਦੋਸਤ ਮਿੱਤਰ ਆਉਂਦੇ ਹੈਗੇ, ਯੂ ਹੈਵ ਟੂ ਲੁੱਕ ਆਫਟਰ ਦਿਸ। ਇਹ ਜਿਹੜੀ ਸਾਈਕੀ ਹੈਗੀ ਆ, ਇਹ ਯਾਨੀ ਕਿ ਨਿਕਲਣ ਦੀ ਗੱਲ ਹੈ। ਇਸ ਚੀਜ਼ ਦੀ ਯਾਨੀ ਕਿ ਮਾੜੀ ਯਾਨੀ ਕਿ ਥੋੜ੍ਹੀ ਯਾਨੀ ਕਿ ਜਿਹੜੀ ਕਿਰਨ ਹੈਗੀ ਆ ਆਸ ਦੀ, ਉਹ ਇਹ ਹੈਗੀ ਆ ਵੀ ਜਿਹੜੇ ਸਾਡੇ ਬੱਚੇ ਇਸ ਕੁਆਲਿਟੀ ਨੂੰ, ਫੈਮਿਨਿਜ਼ਮ ਨੂੰ ਯਾਨੀ ਕਿ ਸਮਝਦੇ ਹੈਗੇ ਆ, ਵੀ ਸੈਕਸਿਜ਼ਮ ਯਾਨੀ ਕਿ ਜੋ ਕੁਛ ਇਹ ਹੋ ਰਿਹਾ ਹੈਗਾ। ਐਕਸਕਿਊਜ਼ ਮੀ, ਹਾਂਜੀ ਕੋਲ ਆਈ। ਕੋਈ ਨਹੀਂ। ਹੈਲੋ ਜੀ, ਸਵਾਗਤ ਹੈ ਤੁਹਾਡਾ ਬਹੁਤ। ਹੈਲੋ ਜੀ, ਜੈ ਭੀਮ, ਜੈ ਭਾਰਤ। ਚੌਹਾਨ ਸਾਹਿਬ ਜੀ, ਵੈਲਕਮ ਵੈਲਕਮ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਕੀ ਕਹਿਣਾ ਚਾਹੁੰਦੇ ਅੱਜ ਦੇ ਇਸ਼ੂ 'ਤੇ? ਦੇਖੋ, ਜਿਹੜਾ ਆਪ ਪ੍ਰੋਗਰਾਮ ਕਰ ਰਹੇ ਹੋ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ, ਇਹ ਬਹੁਤ ਚੰਗੀ ਗੱਲ ਹੈ ਕਿ ਜਿਹੜੀਆਂ ਔਰਤਾਂ ਸਾਰੀ ਦੁਨੀਆ ਦੇ ਵਿੱਚ, ਇਹਨਾਂ ਨੂੰ ਬਹੁਤ ਘੋਲ ਕਰਨਾ ਪਿਆ ਔਰ ਹੁਣ ਵੀ ਘੋਲ ਜਾਰੀ ਹੈ। ਪਰ ਜਿਸ ਤਰ੍ਹਾਂ ਦੇਖੋ ਵੀ ਆਜ਼ਾਦ ਦਿਨ ਮਨਾਇਆ ਜਾਂਦਾ, ਉਹਦੇ ਵਿੱਚ ਦੱਸਿਆ ਜਾਂਦਾ ਵੀ ਕਿਹੜੇ ਕਿਹੜੇ ਮੁਲਕਾਂ ਦੇ ਵਿੱਚ ਕੀ ਹੋਇਆ। ਪਰ ਹੁਣ ਆਪਣਾ ਜਿਹੜਾ ਭਾਰਤ ਮੁਲਕ ਹੈ, ਉੱਥੇ ਤਾਂ ਬਹੁਤ ਬੁਰਾ ਹਾਲ ਸੀ, ਕਿਉਂਕਿ ਬੜੀ ਤਾਂ ਗੱਲ ਹੈ ਵੀ ਜਾਣੀ ਉਹ ਨਹੀਂ, ਮਤਲਬ ਹੈ ਸਿਰਫ ਥੋੜੇ ਬੰਦਿਆਂ ਨੂੰ ਪੜ੍ਹਨ ਦਾ ਅਧਿਕਾਰ ਸੀ, ਸਾਰਾ ਕੁਝ ਜਾਣੀ ਜਾਇਦਾਦ ਰੱਖਣ ਦਾ ਅਧਿਕਾਰ ਸਭ ਕੁਝ ਬੰਦਿਆਂ ਨੂੰ ਹੀ ਸੀ। ਔਰਤਾਂ ਤਾਂ ਸਾਰੀਆਂ ਹੀ ਜਾਣੀ ਮਤਲਬ ਹੈ ਗੁਲਾਮ ਹੀ ਸੀ। ਪਰ ਫਿਰ ਉਹ ਜਿਸ ਵੇਲੇ ਭਾਰਤ ਬਰਤਾਨੀਆ ਦਾ ਗੁਲਾਮ ਬਣ ਗਿਆ, ਫਿਰ ਉਹ ਜੋ ਕੁਛ ਉੱਥੇ ਹੁੰਦਾ ਸੀ, ਫਿਰ ਉਹ ਇੱਥੇ ਵੀ ਪਤਾ ਲੱਗਦਾ ਸੀ, ਕਿਉਂਕਿ ਜਿਹੜਾ ਕਾਨੂੰਨ ਇੱਥੇ ਦਾ ਹੀ ਉੱਥੇ ਲਾਗੂ ਹੁੰਦਾ ਸੀ। ਹੁਣ ਦੇਖੋ, ਜਿਹੜੀ ਸਤੀ ਦੀ ਰਸਮ ਸੀਗੀ, ਉਹ ਕਦ ਤੋਂ ਉੱਥੇ ਚੱਲ ਰਹੀ ਸੀ। ਉਹ ਫਿਰ ਜਿਸ ਵੇਲੇ ਉਹ ਗੱਲ ਬਾਹਰ ਆਈ ਤਾਂ ਇਹਨੇ ਫਿਰ ਕਾਨੂੰਨ ਬਣਾਇਆ, ਇਹਨੇ ਕਾਨੂੰਨ ਬਣਾਇਆ ਵੀ ਇਹ ਤਾਂ ਬਹੁਤ ਜ਼ੁਲਮ ਹੈ। ਵੀ ਦੇਖੋ, ਕਿਸੇ ਜਨਾਨੀ ਦਾ ਆਦਮੀ ਮਰ ਜਾਂਦਾ, ਉਹਨੂੰ ਬਾਅਦ ਦੇ ਵਿੱਚ ਜ਼ਬਰਦਸਤੀ ਉਹਨੂੰ ਚਿਤਾ ਦੇ ਵਿੱਚ ਬਿਠਾ ਲਿਆ ਜਾਵੇ। ਔਰ ਤੁਸੀਂ ਦੇਖੋ ਵੀ ਜਿਸ ਵੇਲੇ ਇਹਨੇ ਕਾਨੂੰਨ ਬਣਾਇਆ, ਉਹਦਾ ਵੀ ਉੱਥੇ ਵਿਰੋਧ ਹੋਇਆ ਵੀ ਕਿਉਂ ਕਾਨੂੰਨ ਬਣਾਇਆ, ਵੀ ਸਾਡਾ ਤਾਂ ਕਾਨੂੰਨ ਬਹੁਤ ਚੰਗਾ ਸੀ। ਔਰ ਬਾਅਦ ਦੇ ਵਿੱਚ ਤੁਸੀਂ ਦੇਖੋ ਵੀ ਜਿਹੜੀ ਆਪਾਂ ਲੋਕਤੰਤਰ ਦੀ ਗੱਲ ਕਰਦੇ ਹਾਂ, ਆਹ ਜਿਹੜਾ ਮੁਲਕ ਹੈ ਜਿੱਥੇ ਹੁਣ ਆਪਾਂ ਰਹਿੰਦੇ ਹਾਂ, ਇੱਥੇ ਔਰਤਾਂ ਨੂੰ ਬਹੁਤ ਸੰਘਰਸ਼ ਕਰਨਾ ਪਿਆ, ਕਿਉਂਕਿ ਇੱਥੇ ਦਾ ਜਿਹੜਾ ਹਾਊਸ ਆਫ ਕਾਮਨਸ ਆ, ਇਹ 1265 ਦੇ ਵਿੱਚ ਜਾਨੀ ਇੱਥੇ ਦੇ ਰਾਜੇ ਨੇ ਕਹਿ ਦਿੱਤਾ ਸੀ ਵੀ ਇਹ ਜਿਹੜਾ ਇੱਥੇ ਮਤਲਬ ਲੋਕ ਸਭਾ ਮੈਂ ਬਣਾਤੀ ਹੈ। ਪਰ ਵੋਟਾਂ ਦਾ ਅਧਿਕਾਰ ਦਿੱਤਾ ਗਿਆ ਸੀ ਜਿਨ੍ਹਾਂ ਕੋਲ ਜ਼ਮੀਨਾਂ ਹੈ, ਜਿਨ੍ਹਾਂ ਕੋਲ ਪੈਸੇ ਆ, ਜਿਨ੍ਹਾਂ ਕੋਲ ਵਿੱਦਿਆ। ਔਰ ਬਾਅਦ ਦੇ ਵਿੱਚ ਤੁਸੀਂ ਦੇਖੋ ਵੀ ਜਿਹੜਾ ਮਿਡਲ ਕਲਾਸ ਨੂੰ ਵੀ ਨਹੀਂ ਸੀ, ਵਰਕਿੰਗ ਕਲਾਸ ਨੂੰ ਵੀ ਹੱਕ ਨਹੀਂ ਸੀ, ਪਰ ਔਰਤਾਂ ਨੂੰ ਤਾਂ ਬਹੁਤ ਬਾਅਦ 'ਚ ਹੱਕ ਮਿਲਿਆ। ਪਰ ਇਹ ਜਿਹੜਾ ਜੋ ਕੁਝ ਦੇਖੋ, ਆਪਾਂ ਉਹਨਾਂ ਔਰਤਾਂ ਨੂੰ ਅੱਜ ਟ੍ਰਿਬਿਊਟ ਦੇ ਰਹੇ ਹਾਂ ਜਿਹਨੀ ਜਾਣੀ ਇਸ ਗੱਲ ਨੂੰ ਇਹ ਹੱਕ ਲੈ ਕੇ ਦਿੱਤੇ। ਕਿਉਂਕਿ ਆਹ ਜਿਹੜਾ ਮੁਲਕ ਹੈ, ਇੱਥੇ ਦੀ ਇੱਕ ਲੜਕੀ ਹੋਈ ਆ, ਉਹ ਮਾਨਚੈਸਟਰ 'ਚ ਬੋਰਨ ਹੋਈ ਸੀ, ਐਮਲੀ ਪੈਂਕਹਰਸਟ ਉਹਦਾ ਨਾਮ ਸੀ, ਐਮਲੀ ਪੈਂਕਹਰਸਟ। ਉਹ ਜਿਸ ਵੇਲੇ ਉਹਨੇ ਕਿਹਾ ਵੀ ਇੱਥੇ ਇਹ ਮਤਲਬ ਕਿਉਂ ਨਹੀਂ ਸਾਰਿਆਂ ਦੀਆਂ ਵੋਟਾਂ ਸਾਰਿਆਂ ਦੀਆਂ ਹੋਣੀਆਂ ਚਾਹੀਦੀਆਂ, ਤਾਂ ਉਹਦਾ ਬਹੁਤ ਵਿਰੋਧ ਹੋਇਆ। ਪਰ ਉਹਨੇ ਫਿਰ ਸੰਗਠਨ ਬਣਾਇਆ, ਉਹ ਜਿਹੜਾ ਸੰਗਠਨ ਬਣਾਇਆ ਤਾਂ ਉਹਨੇ ਜਾਣੀ ਔਰਤਾਂ ਨੂੰ ਜਾਗਰਤ ਕੀਤਾ। ਉਹਨੂੰ ਜਾਣੀ ਤੁਸੀਂ ਦੇਖੋ ਵੀ ਉਹਨੂੰ ਬਹੁਤ ਕੁੱਟ ਪਈ ਜਾਣੀ ਪੁਲਿਸ ਵੱਲੋਂ,
ਉਹਨੇ ਮੁਜ਼ਾਹਰੇ ਵੀ ਕੀਤੇ, ਉਹਨੂੰ ਭੁੱਖ ਹੜਤਾਲਾਂ ਵੀ ਕੀਤੀਆਂ। ਅਖੀਰ ਜਾਣੀ ਇਹ ਉਹਨੇ ਫਿਰ ਇੱਥੇ ਦੀ ਸਰਕਾਰ ਨੇ ਮੰਨ ਲਿਆ। 1918 ਜਦ ਹੈ ਨਾ ਪਹਿਲਾ ਯੁੱਧ ਖਤਮ ਹੋਇਆ, ਉਹਨੇ ਇੰਨਾ ਮੰਨਿਆ ਜੀ ਵੀ ਅਸੀਂ ਹੁਣ ਤੁਹਾਨੂੰ ਹੱਕ ਦੇ ਰਹੇ ਹਾਂ, ਪਰ ਉਹਨਾਂ ਔਰਤਾਂ ਨੂੰ ਦੇ ਰਹੇ ਹਾਂ ਵੀ ਜਦ ਲੜਾਈ ਖਤਮ ਹੋਈ, ਜਿਹੜੀ ਉਦੋਂ ਇੱਥੇ ਚੋਣ ਹੋਈ ਆ, ਪਹਿਲਾਂ ਉਹਨਾਂ ਨੂੰ ਹੱਕ ਮਿਲਿਆ ਵੀ ਜਿਨ੍ਹਾਂ ਦੀ ਉਮਰ 30 ਸਾਲ ਆ, ਤੇ ਮਰਦਾਂ ਨੂੰ ਹੱਕ ਸੀਗਾ 21 ਸਾਲ ਦਿਆਂ ਦਾ। ਉਹਨੇ ਕਿਹਾ ਵੀ ਚਲੋ ਹੱਕ ਤਾਂ ਮਿਲ ਹੀ ਗਿਆ, ਪਰ ਫਿਰ ਤੁਸੀਂ ਦੇਖ ਲਓ 1928 ਚ ਜਾਨੀ ਉਹਨੂੰ ਪੂਰਾ ਹੱਕ ਲੈ ਕੇ ਦਿੱਤਾ। ਪਰ ਚੌਹਾਨ ਸਾਹਿਬ ਇਹ ਤਾਂ ਚਲੋ ਆਪਾਂ ਨੂੰ ਹਿਸਟਰੀ ਦਾ ਤੁਹਾਨੂੰ ਵੀ ਮੈਨੂੰ ਵੀ ਤੇ ਬਹੁਤ ਸਾਰੇ ਆਪਣੇ ਦਰਸ਼ਕਾਂ ਨੂੰ ਪਤਾ ਆ, ਜਦੋਂ ਆਪਾਂ ਏਸ਼ੀਅਨ ਕੰਟੈਕਸਟ ਵਿੱਚ ਗੱਲ ਕਰਦੇ ਹਾਂ ਕਿ ਅਸੀਂ ਯਾਨੀ ਕਿ ਹਜੇ ਵੀ ਆਪਣੀਆਂ ਘਰ ਵਿੱਚ ਜਦੋਂ ਸਾਡੀਆਂ ਬੱਚੀਆਂ ਜੰਮਦੀਆਂ ਉਦੋਂ ਅਸੀਂ ਖੁਸ਼ੀ ਮਹਿਸੂਸ ਕਰਦੇ ਹੈਗੇ ਹਾਂ, ਜਾਂ ਇਨ ਕਿ ਦਾਜ ਦੀ ਰਸਮ ਅਜੇ ਵੀ ਸਾਡੇ ਚੱਲ ਰਹੀ ਹੈ, ਜਾਂ ਇਨ ਕਿਹੜਾ ਹੈਗਾ ਜਦੋਂ ਅਸੀਂ ਗੱਲ ਕਰਦੇ ਹੈਗੇ ਲੈ ਵੀ ਹਾਂ ਵੀ ਬੱਚੀ ਹੁਣ ਪ੍ਰੋਗਰੈਸ ਕਰ ਰਹੀ ਹੈਗੀ ਆ ਵੀ ਉਹਨੂੰ ਅਸੀਂ ਕਿੰਨੀ ਸਪੋਰਟ ਕਰਦੇ, ਯਾਨੀ ਕਿ ਜਾਂ ਈਵਨ ਆਪਣੀ ਵਿਲ ਦੇ ਵਿੱਚ ਵੀ ਕਿ ਅਸੀਂ ਬੱਚੀ ਦਾ ਨਾਂ ਛਿੰਦੇ ਪੁੱਤ ਦੇ ਬਰਾਬਰ ਲਿਖਾਉਂਦੇ ਆ ਲੈ ਵੀ ਜਦੋਂ ਮੈਂ ਮਰ ਗਿਆ ਜਾਂ ਜਦੋਂ ਮੇਰੀ ਵਾਈਫ ਵੀ ਮਰ ਗਈ ਲੈ ਵੀ ਕੁੜੀ ਨੂੰ ਵੀ ਉਹਨਾਂ ਬਰਾਬਰ ਦਾ ਹਿੱਸਾ ਮਿਲਣਾ। ਮੈਂ ਇਸ ਮੁਲਕ ਦੀ ਗੱਲ ਕਰ ਰਿਹਾ। ਹਾਂ ਦੇਖੋ ਜਿਹੜਾ ਆਪਣੇ ਲੋਕਾਂ ਦੇ ਵਿੱਚ ਅਜੇ ਹੈ ਨਹੀਂ, ਕਿਉਂਕਿ ਜਿਹੜਾ ਮਤਲਬ ਅਮਲ 'ਚ ਨਹੀਂ ਲਿਆਇਆ ਜਾ ਰਿਹਾ, ਪਰ ਕੋਸ਼ਿਸ਼ ਹੋ ਰਹੀ ਹੈ। ਪਰ ਕੋਸ਼ਿਸ਼ ਵੀ ਕੋਸ਼ਿਸ਼ ਹੈ, ਹੁਣ ਲੜਕੀਆਂ ਉੱਥੇ ਪੜ੍ਹਦੀਆਂ ਨਹੀਂ। ਚੌਹਾਨ ਸਾਹਿਬ ਜਾਣੀ ਕਿ ਜਿਹੜੀ ਮੈਂ ਗੱਲ ਆਪਣੇ ਸੋਸ਼ਲ ਸੈਟਅਪ ਦੀ ਕਰਦਾ ਹੈਗਾ, ਇਹ 'ਚ ਕੋਈ ਸ਼ੱਕ ਨਹੀਂ ਸਾਡੀਆਂ ਕੁੜੀਆਂ ਪੜ੍ਹ ਰਹੀਆਂ ਹੈਗੀਆਂ, ਅਤੇ ਅਸੀਂ ਯਾਨੀ ਕਿ ਥੋੜ੍ਹਾ ਜਿਹੜੇ ਲੋਕ ਜਾਗਰੂਕ ਹੈਗੇ ਆ ਉਹ ਇਸ ਚੀਜ਼ ਤੋਂ ਪਰੇ ਜਾ ਰਹੇ ਆ। ਪਰ ਕੀ ਅਸੀਂ ਆਪਣੇ ਘਰਾਂ ਵਿੱਚ ਇਟਸ ਵੈਰੀ ਈਜ਼ੀ ਆਪਾਂ ਯਾਨੀ ਕਿਹੜਾ ਹੈਗਾ ਮਨ ਨੂੰ ਬਲੇਮ ਦਿੰਦੇ ਹਾਂ ਜੀ, ਅਸੀਂ ਫਲਾਣੇ ਨੂੰ ਬਲੇਮ ਦਿੱਤਾ ਧਮਕਾ ਨੂੰ, ਵੀ ਕੀ ਅਸੀਂ ਯਾਨੀ ਕਿ ਸੁਧਰੇ ਹਾਂ? ਦੇਖੋ ਜਿਹੜੇ ਲੋਕ ਸੁਧਰੇ ਨਹੀਂ, ਪਰ ਉਹ ਜਿਹੜਾ ਕੋਈ ਸੁਧਰਦਾ ਕੋਸ਼ਿਸ਼ ਤਾਂ ਕਰ ਰਿਹਾ, ਪਰ ਪ੍ਰੋਗਰੈਸ ਬਹੁਤ ਘੱਟ ਨਹੀਂ ਤੁਹਾਨੂੰ ਲੱਗਦਾ? ਬਹੁਤ ਘੱਟ ਆ, ਬਹੁਤ ਘੱਟ ਆ, ਕਿਉਂਕਿ ਉਹ ਜਿਹੜੇ ਥੋੜੇ ਬੰਦੇ ਆ, ਜੇ ਹੁਣ ਤੁਸੀਂ ਦੇਖੋ ਵੀ ਜਿਹੜੇ ਕੋਈ ਬਿੱਲ ਲਿਖਾਉਂਦੇ ਆ ਉਹ ਕਹਿੰਦਾ ਵੀ ਮੈਂ ਮਤਲਬ ਇਹ ਪ੍ਰਾਪਰਟੀ ਸਾਰਿਆਂ ਬੱਚਿਆਂ ਨੂੰ ਵੰਡਣੀ ਹੈ, ਤਾਂ ਉਹਨੂੰ ਕਿਤੇ ਉਹ ਸਹਿਯੋਗ ਨਹੀਂ ਮਿਲਦਾ। ਨਾਲੇ ਇਹ ਤੋਂ ਬਿਨਾਂ ਚੌਹਾਨ ਸਾਹਿਬ ਕਿਉਂਕਿ ਸਾਡੇ ਬਹੁਤ ਸਾਰੇ ਲੋਕੀ ਹੈ ਜਿਨ੍ਹਾਂ ਕੋਲ ਜ਼ਮੀਨਾਂ ਹੈਗੀਆਂ, ਉਹਨਾਂ ਨੇ ਉਹ ਜਦੋਂ ਕਿ ਇੱਥੇ ਦੀ ਗੌਰਮੈਂਟ ਜਿਹੜੀ ਆ ਜਦੋਂ ਤੁਸੀਂ ਟੈਕਸ ਦਾ ਫਾਰਮ ਭਰਦੇ ਹੋ ਕਹਿੰਦੇ ਲੈ ਤੁਸੀਂ ਉੱਥੇ ਤੁਹਾਨੂੰ ਕੋਈ ਬਾਹਰ ਕਿਸੇ ਮੁਲਕ ਵਿੱਚ ਜ਼ਮੀਨ ਤਾਂ ਨਹੀਂ, ਤੁਹਾਨੂੰ ਕੋਈ ਜਿਹੜਾ ਹੈ ਕਿਤੋਂ ਇਨਕਮ ਤਾਂ ਨਹੀਂ ਹੁੰਦੀ, ਉੱਥੇ ਜ਼ੀਰੋ ਲਿਖਦੇ ਤਾਂ ਕਿ ਜਿਹੜਾ ਹੈਗਾ ਉਹ ਪੈਸੇ ਇਹਨਾਂ ਨੂੰ ਇੱਥੋਂ ਬੈਨੀਫਿਟ ਜਾਣ ਕੇ ਮਿਲ ਸਕਣ। ਪਰ ਉਹਦੇ ਵਿੱਚ ਵੀ ਜਦੋਂ ਇੱਕ ਮਿੰਟ ਉਹਦੇ ਵਿੱਚ ਵੀ ਚੌਹਾਨ ਸਾਹਿਬ ਜਦੋਂ ਕਿ ਇੰਡੀਆ ਗੌਰਮੈਂਟ ਦਾ ਇੱਕ ਕਾਨੂੰਨ ਹੈਗਾ ਲੈ ਵੀ ਲੜਕੀ ਨੂੰ ਬਰਾਬਰ ਦੇ ਜਾਣੀ ਕਿ ਹਿੱਸਾ ਦੇਣਾ ਹੈਗਾ, ਅਸੀਂ ਉੱਥੇ ਦਾ ਵੀ ਨਹੀਂ ਹਿੱਸਾ ਦਿੰਦੇ ਹੈਗੇ। ਨਹੀਂ ਉਹ ਫਿਰ ਦੇਖੋ ਜਿਹੜਾ ਉਹ ਮਨਾਂ ਦੇ ਵਿੱਚ ਬੜੀ ਆ, ਪਰ ਇਹ ਇੱਥੇ ਮੈਂ ਜ਼ਰੂਰ ਜਾਣਕਾਰੀ ਦੇਣੀ ਚਾਹੁੰਦਾ ਵੀ ਉੱਥੇ ਜਿਹੜਾ ਸੁਪਰੀਮ ਕੋਰਟ ਨੇ ਵੀ ਕੇਸ ਦਿੱਤਾ ਹੈ ਨਾ, ਹਾਂਜੀ ਸੁਪਰੀਮ ਕੋਰਟ ਨੇ ਉਹ ਦਿੱਤਾ ਵੀ ਜਿਹੜੇ ਬਾਪ ਨੇ ਆਪ ਜ਼ਮੀਨ ਖਰੀਦੀ ਆ ਉਹਦੇ ਵਿੱਚੋਂ, ਕਿਉਂਕਿ ਜਿਹੜਾ ਵਰਡਿਕਟ ਉੱਥੇ ਆਇਆ ਉਹ ਇਹ ਹੈਗਾ ਆ ਵੀ ਬਹੁਤ ਕੇਸ ਸੀਗੇ, ਉਹਦੀ ਹੈ ਨਾ ਜਿਹੜੀ ਉਹਦੀ ਜੱਦੀ ਜ਼ਮੀਨ ਆ ਉਹ ਹੱਕ ਅਜੇ ਵੀ ਨਹੀਂ ਦਿੱਤਾ। ਜੱਦੀ ਜ਼ਮੀਨ ਉੱਥੇ ਕਿਹੜੀ ਸਾਡੀ ਚੌਹਾਨ ਸਾਹਿਬ ਸਾਡੀ ਹਲੇ ਜਿਹੜੀ ਛਵੀ ਆ ਉਹ ਸੁਧਰੀ ਨਹੀਂ ਹੈ। ਨਹੀਂ ਦੇਖੋ ਉਹ ਤਾਂ ਏਦਾਂ ਬੜੀ ਹੈਰਾਨੀ ਦੀ ਗੱਲ ਆ ਵੀ ਜਦ ਕੇਸ ਆਇਆ ਉਹਨੇ ਕਿਹਾ ਵੀ ਜਿਹੜੀ ਜ਼ਮੀਨ ਤੇਰੇ ਬਾਪ ਨੇ ਖਰੀਦੀ ਸੀ ਉਹ ਤੈਨੂੰ ਮਿਲੂਗੀ, ਔਰ ਫਿਰ ਉੱਥੇ ਤਾਂ ਪਿੰਡਾਂ ਦੇ ਵਿੱਚ ਮੈਂ ਬਹੁਤ ਕੇਸ ਮੈਂ ਦੇਖਿਆ ਵੀ ਜਿਸ ਵੇਲੇ ਕੋਈ ਮਤਲਬ ਲੜਕਾ ਕਹਿਣੇ 'ਚ ਨਹੀਂ ਹੁੰਦਾ ਉਹਨੂੰ ਬਦਖਲ ਕਰ ਦਿੰਦੇ ਆ। ਹਾਂਜੀ ਬਿਲਕੁਲ ਉਹ ਬਦਖਲ ਕਰ ਦਿੰਦੇ ਵੀ ਇਹਨੂੰ ਮੇਰੀ ਮਰਜ਼ੀ ਨਾਲ ਵਿਆਹ ਨਹੀਂ ਕਰਾਇਆ ਏਦਾਂ, ਪਰ ਉਹ ਫਿਰ ਬਾਅਦ ਦੇ ਵਿੱਚ ਬਜ਼ੁਰਗ ਦੀ ਮੌਤ ਤੋਂ ਬਾਅਦ ਉਹ ਕੋਰਟ 'ਚ ਜਾਂਦਾ, ਉਹ ਕੋਰਟ ਦੇ ਵਿੱਚ ਜਾਂਦਾ ਤਾਂ ਉੱਥੇ ਉਹ ਪਟੀਸ਼ਨ ਦਿੰਦੇ ਆ ਜੀ ਵੀ ਕੁੜੀ ਦਾ ਪਿੱਛੋਂ ਕੱਢੋ ਵੀ ਜਿਹੜੇ ਮੁੰਡੇ ਆ ਮੁੰਡਿਆਂ ਦਾ ਪਾ ਕੇ ਇਹਨੂੰ ਹਿੱਸਾ ਦੇ ਦਿਓ। ਔਰ ਇਹ ਵੀ ਦੇਖੋ ਜ਼ਿਆਦਤੀ ਆ ਵੀ ਦੇਖੋ ਜਦ ਉਹ ਤਾਂ ਫਿਰ ਸਾਰਿਆਂ 'ਚ ਵੰਡ ਹੋਣੀ ਚਾਹੀਦੀ। ਬਿਲਕੁਲ ਕਿਉਂਕਿ ਪਰ ਉਹ ਜਿਹੜੀ ਲੜਕੀਆਂ ਬਾਰੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ। ਪਰ ਇੱਥੇ ਹੁੰਦੀ ਹੈ ਮੈਂ ਇਹ ਸੌਰੀ ਮੈਂ ਇਹ ਮਹਿਸੂਸ ਕਰਦਾ ਚੌਹਾਨ ਸਾਹਿਬ ਵੀ ਐਟਲੀਸਟ ਬਹੁਤ ਸਟਰਗਲ ਤੋਂ ਬਾਅਦ ਵਿੱਚ ਬਹੁਤ ਡਿਸਪਿਊਟ ਕਰਨ ਤੋਂ ਬਾਅਦ ਵਿੱਚ ਘੱਟ ਤੋਂ ਘੱਟ ਕਾਨੂੰਨ ਤਾਂ ਬਣੇ, ਕਾਨੂੰਨੀ ਤੌਰ ਤੇ ਉਹ ਆਪਣੇ ਹੱਕ ਲੈਣ ਦੀ ਹੱਕਦਾਰ ਬਣੀ ਤੇ ਜਦੋਜਹਿਦ ਕਰਨੀ ਪਈ ਹੈ। ਹਾਂ ਚਲੋ ਉਹ ਬਣ ਗਏ, ਹੁਣ ਥੋੜਾ ਬਹੁਤ ਜਿਹੜੀਆਂ ਔਰਤਾਂ ਉਹਨਾਂ ਨੂੰ ਵੀ ਜਾਗਰੂਕ ਹੋਣ ਦੀ ਲੋੜ ਆ ਤਾਂ ਕਿ ਉਹ ਆਪਣੇ ਰਾਈਟ ਲਈ ਖੁਦ ਅੱਗੇ ਆ ਸਕਣ। ਜਿਹੜੀਆਂ ਵੀ ਹੁਣ ਔਰਤਾਂ ਅੱਗੇ ਆਈਆਂ ਉਹਨੇ ਆਪਣੀ ਲਾਈਫ ਲਿਖੀ ਹੈ, ਮਾਇਆਵਤੀ ਨੇ ਖੁਦ ਆਪਣੀ ਲਾਈਫ ਲਿਖੀ ਹੈ, ਕਿਉਂਕਿ ਉਹ ਜਿਸ ਵੇਲੇ ਉਹ ਮਤਲਬ ਪਹਿਲਾਂ ਉਹ ਭੈਣਾ ਹੀ ਸੀ, ਫਿਰ ਉਹ ਬਾਅਦ ਦੇ ਵਿੱਚ ਜਿਸ ਵੇਲੇ ਲੜਕੇ ਪੈਦਾ ਹੋਏ ਤਾਂ ਉਹਨੇ ਸੋਚਿਆ ਲੜਕਿਆਂ ਨੂੰ ਪੜਾਉਣਾ,
ਪਰ ਉਹਨੂੰ ਜ਼ਰੂਰ ਜਾਨੀ ਜੱਦੋਜਹਿਦ ਕੀਤੀ ਜਾਣੀ। ਠੀਕ ਹੈ, ਕਿਉਂਕਿ ਜੱਦੋਜਹਿਦ ਤੋਂ ਬਿਨਾਂ ਤਾਂ ਹੋਣਾ ਨਹੀਂ ਕੁਛ। ਬਿਲਕੁਲ ਸੰਘਰਸ਼ ਹੈ, ਸੰਘਰਸ਼ ਕਰਕੇ ਜਾਨੀ ਬਰਾਬਰਤਾ ਹੋਣੀ ਹੈ। ਪਰ ਫਿਰ ਵੀ ਇਹ ਦਿਨ ਮਨਾਇਆ ਜਾਂਦਾ, ਇਹਦੇ ਤੇ ਬਹੁਤ ਚਰਚਾ ਹੁੰਦੀ ਆ ਔਰ ਪਤਾ ਲੱਗਦਾ ਵੀ ਕਿ ਕਿਹੜੇ ਮੁਲਕਾਂ ਦੇ ਵਿੱਚ ਔਰਤਾਂ ਨੇ ਹੱਕ ਲੈ ਲਿਆ। ਤੁਹਾਡਾ ਬਹੁਤ ਬਹੁਤ ਧੰਨਵਾਦ ਚੌਹਾਨ ਸਾਹਿਬ ਜੀ, ਤੁਸੀਂ ਆਏ ਔਰ ਆਪਣੇ ਬਹੁਤ ਕੀਮਤੀ ਬਹੁਤ ਵਧੀਆ। ਦੇਖੋ ਇਹ ਜਿਹੜਾ ਵਿਸ਼ਾ ਜ਼ਰੂਰ ਇਹ ਤੇ ਚਰਚਾ ਹੋਣੀ ਚਾਹੀਦੀ ਹੈ। ਜੈ ਭੀਮ ਜੀ, ਜੈ ਭੀਮ ਬੋਲੇ। ਚੌਹਾਨ ਸਾਹਿਬ ਸਾਡੇ ਰੈਗੂਲਰ ਕਾਲਰ ਹਨ। ਮੈਂ ਹਰ ਵਾਰ ਕਹਿੰਦਾ ਕਿ ਬਹੁਤ ਅੱਛੀ ਸੋਚ ਦੇ ਮਾਲਕ ਹਨ ਔਰ ਵਧੀਆ ਸਾਨੂੰ ਗੱਲਾਂ ਦੱਸ ਕੇ ਜਾਂਦੇ ਹਨ। ਮੈਂ ਭੁੱਲ ਨਾ ਜਾਵਾਂ, ਕਾਂਸ਼ੀ ਟੀਵੀ ਨੂੰ ਫੋਨ ਕਰਨ ਲਈ ਸਾਡਾ ਫੋਨ ਬਦਲ ਗਿਆ। ਇਹ ਬਦਲਿਆ ਹੈਗਾ ਫਾਇਦੇ ਵਾਸਤੇ। ਨਵਾਂ ਫੋਨ ਹੈ, ਤੁਸੀਂ ਸਕਰੀਨ ਤੇ ਦੇਖ ਸਕਦੇ ਆ 0800 ਫਿਰ 886404 886404। ਤੇ ਇਹਦੇ ਨਾਲ ਤੁਸੀਂ ਫੋਨ ਕਰਕੇ ਤੁਸੀਂ ਕਿਊ ਵਿੱਚ ਲੱਗ ਜਾਂਦੇ ਹੋ। ਪਹਿਲਾਂ ਵਾਂਗੂ ਇਦਾਂ ਨਹੀਂ ਸੀ, ਅੰਗੇਜ ਨਹੀਂ ਆਏਗਾ ਹੁਣ, ਤੇ ਤੁਹਾਡੀ ਵਾਰੀ ਜ਼ਰੂਰ ਆਏਗੀ। ਹੈਲੋ ਸਵਾਗਤ ਹੈ ਜੀ ਤੁਹਾਡਾ। ਕੌਣ ਤੇ ਕਿੱਥੋਂ ਬੋਲਦੇ ਜੀ? ਮੈਂ ਸਾਹਿਬ ਥੈਂਕ ਯੂ ਵੈਰੀ ਮਚ। ਪਹਿਲਾਂ ਗੱਲ ਹੋਈ ਆ ਹਾਂਜੀ ਹਾਂਜੀ, ਬਾਕੀ ਡਾਕਟਰ ਜੀ ਬੈਠੇ ਆ। ਹਾਂਜੀ ਸੇ ਪੁੱਛੇਗਾ ਮੈਂ ਆਪਣੇ ਫਕੀਰ ਚੰਨ, ਇਹ ਬੰਦੇ ਬਹੁਤ ਮਹਾਨ ਆ। ਹਾਂਜੀ ਠੀਕ ਹੈ। ਤੁਸੀਂ ਟੈਲੀਵਿਜ਼ਨ ਨੂੰ ਬੰਦ ਕਰ ਲਓ ਆਪਣੇ ਨੂੰ, ਜਾਂ ਆਵਾਜ਼ ਬਹੁਤ ਘੱਟ ਕਰ ਲਓ। ਟੈਲੀਵਿਜ਼ਨ ਬੰਦ ਆ, ਕੋਈ ਕੁਝ ਨਹੀਂ ਦਾ, ਸਭ ਕੁਝ ਬੰਦ ਹੈ ਜੀ। ਓਕੇ ਠੀਕ ਹੈ, ਕਰੋ ਗੱਲ। ਫਕੀਰ ਚੰਦ ਇੰਨੇ ਮਹਾਨ ਆ, ਉਹਨਾਂ ਕੋਲ ਇੰਨਾ ਗਿਆਨ, ਜਦ ਇਹ ਪ੍ਰੋਗਰਾਮ ਦੇ ਕਿੰਨੀਆਂ ਸੋਹਣੀਆਂ ਗੱਲਾਂ ਕਰਦੇ ਸੀ। ਹਾਂਜੀ ਹਾਂਜੀ ਗੱਲ ਕਰੋ, ਅਸੀਂ ਸੁਣ ਰਹੇ ਹਾਂ। ਨਹੀਂ ਸਾਡੇ ਪ੍ਰੋਗਰਾਮ ਵਿੱਚ ਤੁਸੀਂ ਕੌਣ ਬੋਲ ਰਹੇ ਹੋ? ਮੇਰਾ ਹਾਲ ਡ੍ਰੌਪ ਹੋ ਗਈ। ਓਕੇ, ਕੋਲ ਡ੍ਰੌਪ ਹੋ ਗਈ। ਸੌਰੀ, ਤੁਸੀਂ ਨਾ ਜੋ ਨਾ ਗੱਲ ਕਰਨੀ ਸੀ ਪਹਿਲਾਂ, ਮੇਰਾ ਇੱਕ ਸੁਜੈਸ਼ਨ ਆ ਮੇਰਾ, ਜਦੋਂ ਤੁਸੀਂ ਗੱਲ ਕਰਨੀ ਹੁੰਦੀ ਨਾ ਆਪਣੀ ਗੱਲ ਨੂੰ ਪਹਿਲਾਂ ਸੋਚ ਲਿਆ ਕਰੋ ਫੋਨ ਕਰਨ ਤੋਂ, ਤਾਂ ਕਿ ਇੱਕ ਟਾਈਮ ਵੀ ਘੱਟ ਲੱਗੂਗਾ ਔਰ ਤੁਹਾਡੀ ਗੱਲ ਵੀ ਕਲੀਅਰ ਹੋ ਜਾਊਗੀ। ਬਹੁਤ ਬਹੁਤ ਧੰਨਵਾਦ, ਤੁਸੀਂ ਗੱਲ ਦੱਸੀ ਫਕੀਰ ਚੰਦ ਚੌਹਾਨ ਦੀ। ਅਸੀਂ ਵੀ ਸਿਫਤ ਕਰਦੇ ਹਾਂ, ਉਹ ਵੀ ਸਿਫਤ ਕਰਕੇ ਗਏ, ਵਧੀਆ ਗੱਲ ਆ। ਮੈਂ ਕਹਿ ਰਿਹਾ ਸੀ ਕਿ ਜਿਹੜਾ ਹੁਣ ਟੈਲੀਫੋਨ ਚੇਂਜ ਹੋਇਆ, ਇਹਦੇ ਨਾਲ ਤੁਹਾਡੀ ਟੈਲੀਫੋਨ 'ਤੇ ਗੱਲ ਅਵਸ਼ ਹੋਵੇਗੀ। ਸਿਰਫ ਟਾਈਮ ਦਾ ਹੋਊਗਾ, ਪਹਿਲਾ ਕੋਲਰ ਕੌਣ, ਦੂਜਾ ਕੌਣ। ਮੈਂ ਇੱਕ ਵਾਰੀ ਫੇਰ ਪੜ੍ਹ ਦਿੰਦਾ ਨੰਬਰ 0800 ਇਹਦਾ ਮਤਲਬ 0800 886404। ਅਤੇ ਤੁਸੀਂ ਇਹ 'ਤੇ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹਾਂ, ਅਤੇ ਅਸੀਂ ਤੁਹਾਡੇ ਧੰਨਵਾਦੀ ਹਮੇਸ਼ਾ ਹੀ ਹਾਂ। ਅੱਛਾ ਡਾਕਟਰ ਸਾਹਿਬ, ਤੁਸੀਂ ਕਈ ਵਾਰੀ ਮਨੂ ਦਾ ਜ਼ਿਕਰ ਕੀਤਾ। ਸਦੀਆਂ ਗੁਜ਼ਰ ਗਈਆਂ, ਬਿਲਕੁਲ, ਸਾਨੂੰ ਮਨੂ ਨੂੰ ਅਲਾਮਾ ਦਿੰਦੇ ਆ। ਹੈਲੋ ਜੀ, ਸਵਾਗਤ ਹੈ ਜੀ, ਵੈਲਕਮ ਜੀ। ਹਾਂਜੀ, ਜੈ ਗੁਰਦੇਵ ਜੀ। ਜੈ ਗੁਰਦੇਵ ਜੀ, ਜੈ ਭੀਮ। ਕੌਣ ਤੇ ਕਿੱਥੋਂ ਬੋਲਦੇ ਜੀ? ਮੈਂ ਹਰਬੰਸ ਸਾਹਿਬ ਬੋਲ ਰਿਹਾ ਸਾਊਥ ਹਾਲ ਤੋਂ। ਸਵਾਗਤ ਹੈ ਜੀ। ਪਹਿਲਾਂ ਤਾਂ ਗੱਲ ਕਰਨ ਤੋਂ ਪਹਿਲਾਂ ਮੈਂ ਗੱਲ ਕਰਨੀ ਚਾਹੁੰਦਾ ਹਾਂ, ਮਹੇਸ਼ ਸਾਹਿਬ ਦਾ ਤੁਹਾਡਾ ਮੈਂ ਧੰਨਵਾਦ ਕਰਨਾ ਚਾਹੁੰਦਾ, ਜਿਹੜੇ ਤੁਸੀਂ ਪ੍ਰੋਗਰਾਮ ਦਿੱਤੇ ਆ, ਕਿਉਂਕਿ ਮੈਂ ਟੈਲੀਫੋਨ ਨਹੀਂ ਕਰ ਸਕਿਆ। ਤੁਸੀਂ ਨਾਰੰਗ ਸਾਹਿਬ ਦਾ ਪ੍ਰੋਗਰਾਮ ਦਿੱਤਾ ਸੀ ਔਰ ਆਪਣੇ ਇੱਕ ਕਵੀਸ਼ਰ ਆਏ ਸੀ ਮਿੱਠੇਪੁਰ ਤੋਂ, ਬਹੁਤ ਅੱਛਾ ਪ੍ਰੋਗਰਾਮ ਸੀ। ਪਰ ਮੈਂ ਰਿਕੁਐਸਟ ਕਰਨੀ ਚਾਹੁੰਦਾ ਕਿ ਉਹ ਜਿਹੜੇ ਭਾਈ ਸਾਹਿਬ ਮਿੱਠੇਪੁਰ ਤੋਂ ਆਏ ਸੀਗੇ, ਮੈਂ ਰਿਕੁਐਸਟ ਕਰੂੰਗਾ ਕਿ ਉਹਨਾਂ ਦੀ ਮਦਦ ਕਰੋਗੇ ਤਾਂ ਕਿ ਉਹਨਾਂ ਦੇ ਗਾਣੇ ਹੋਰ ਰਿਕਾਰਡ ਹੋਣ। ਅੱਛਾ, ਹੁਣ ਆਪਾਂ ਗੱਲ ਕਰਦੇ ਹਾਂ ਔਰਤਾਂ ਦੇ ਵਾਸਤੇ, ਲੇਡੀਜ਼ ਦਾ ਜਿਹੜਾ ਵੂਮਨਸ ਡੇ ਮਨਾਉਂਦੇ। ਕਿਹਦੀ ਮਦਦ ਕਰੀਏ? ਮੈਨੂੰ ਮਿੱਠਾਪੁਰ ਤੋਂ ਆਏ ਸੀ, ਜਿਹੜਾ ਤੁਹਾਡਾ ਪ੍ਰੋਗਰਾਮ ਹੋਣਾ ਨਾ, ਉਹ ਤੁਸੀਂ ਕੀਤਾ। ਓਕੇ ਠੀਕ ਹੈ। ਇੰਟਰਵਿਊ ਕੀਤਾ ਸੀ। ਹਾਂਜੀ, ਜੋਗਿੰਦਰ ਭਾਅ ਜੋਗੀ, ਠੀਕ ਹੈ। ਹਾਂਜੀ, ਜੋਗੀ ਸਾਹਿਬ, ਠੀਕ ਹੈ, ਮੈਂ ਸਮਝ ਗਿਆ, ਥੈਂਕ ਯੂ। ਬਹੁਤ ਭਲੀਮਾਨਸ ਆਦਮੀ ਸੀ, ਬਾਲੇ ਬਹੁਤ ਭਲੀਮਾਨਸ। ਦੀ ਮਦਦ ਕਰਨ ਦਾ ਮਦਦ ਜ਼ਰੂਰੀ ਚਾਹੀਦੀ ਆ। ਨਹੀਂ, ਤੁਸੀਂ ਉਹ ਇੰਟਰਵਿਊ ਦੇਖੀ ਹੋਣੀ ਆ, ਮੈਂ ਉਹਦੇ ਨਾਲ ਘੰਟਾ ਗੱਲਬਾਤ ਕੀਤੀ। ਮੈਂ ਕਿੱਦਾਂ ਕੀਤੀ? ਤੁਸੀਂ ਬਹੁਤ ਹੀ ਬਿਹਤਰੀਨ ਸੀ, ਕਿਉਂਕਿ ਉਹ ਸ਼ਰਮਾਉਂਦੇ ਸੀ ਔਰ ਤੁਸੀਂ ਉਹਨਾਂ ਨੂੰ ਬਹੁਤ ਅੱਛੇ ਤਰੀਕੇ ਨਾਲ ਕਵਰ ਕੀਤਾ। ਕੋਸ਼ਿਸ਼ ਕੀਤੀ ਸੀ। ਇਟ ਵਾਸ ਅ ਵੈਰੀ ਗੁੱਡ ਐਫਰਟ। ਅੱਛਾ, ਗੱਲ ਇਹ ਹੈ ਕਿ ਤੁਸੀਂ ਬਹੁਤ ਸਾਰੇ ਕੁਐਸਚਨ ਕੀਤੇ ਆ ਔਰ ਡਾਕਟਰ ਸਾਹਿਬ ਨੇ ਵੀ ਬਹੁਤ ਵਿਸਤਾਰ ਦੇ ਵਿੱਚ ਸਾਰੀਆਂ ਗੱਲਾਂ ਕਰ ਦਿੱਤੀਆਂ। ਮੇਰੇ ਕਹਿਣ ਜੋਗਾ ਬਹੁਤਾ ਕੁਝ ਛੱਡਿਆ ਨਹੀਂ। ਪਰ ਤੁਸੀਂ ਇੱਕ ਕੁਐਸਚਨ ਡਾਕਟਰ ਸਾਹਿਬ ਨੇ ਕੀਤਾ ਸੀ ਕਿ ਤੁਸੀਂ ਕੀ ਕਰਦੇ ਆ ਆਪਣੀ ਲਾਈਫ 'ਚ। ਬਿਲਕੁਲ,
ਇੱਕ ਤਾਂ ਉਹਦਾ ਜਵਾਬ ਦਊਂਗਾ। ਦੂਜਾ ਜਿਹੜਾ ਮਹੇਸ਼ ਸਾਹਿਬ ਨੇ ਕੁਐਸਚਨ ਕੀਤਾ ਉਹ 'ਚ ਮੈਂ ਇਹ ਕਹੂੰਗਾ ਉਹਨਾਂ ਸਾਰੇ ਸਵਾਲਾਂ ਦਾ ਜਵਾਬ ਨਾ ਪੱਖੀ ਹੈ, ਜੇ ਹਾਂ ਪੱਖੀ ਹੈ ਤਾਂ 30% ਹੈ, ਇਸ ਤੋਂ ਜ਼ਿਆਦਾ ਨਹੀਂ। ਔਰ ਤਾਂ ਮੈਂ 1959 'ਚ ਜਾ ਰਿਹਾ ਵਾਪਸ। ਉਸ ਵੇਲੇ ਮੇਰੀ ਉਮਰ ਤਕਰੀਬਨ 19-20 ਸਾਲ ਦੀ ਸੀ। ਮੈਂ BA ਫਾਈਨਲ ਤੋਂ ਡ੍ਰੌਪ ਕਰ ਗਿਆ ਕਿਉਂਕਿ ਮੈਨੂੰ ਸਨ ਸਟ੍ਰੋਕ ਹੋ ਗਿਆ ਸੀ। ਮੇਰੇ ਚਾਚਾ ਜੀ ਅੰਗਰੇਜ਼ਾਂ ਜ਼ਮਾਨੇ ਦੇ ਗ੍ਰੈਜੂਏਟ ਸੀ, ਉਹ ਕੁਦਰਤੀ ਉੱਥੇ ਆ ਗਿਆ ਤੇ ਮੇਰੇ ਪਿਤਾ ਜੀ ਨੇ ਕਿਹਾ ਕਿ ਇਹਨੂੰ ਸਮਝਾ ਵੀ ਇਹ ਇਮਤਿਹਾਨ ਛੱਡ ਦਿੱਤਾ, ਇਹਨੂੰ ਕਰ। ਉਹ ਉਹਨਾਂ ਨੇ ਗੱਲਾਂ ਦੇ ਵਿੱਚੋਂ ਫਿਰ ਮੈਂ ਉਹਨਾਂ ਨੂੰ ਇੱਕ ਕੁਐਸਚਨ ਕੀਤਾ ਕਿ ਉਹਨਾਂ ਦੀ ਲੜਕੀ ਸੀ ਕਿ ਤੁਸੀਂ ਉਹਨੂੰ ਕੀ ਕਰਨਾ ਚਾਹੁੰਦੇ ਆ, ਕਿੰਨਾ ਪੜਾਉਣਾ ਚਾਹੁੰਦੇ ਆ। ਉਹਨਾਂ ਨੇ ਕਿਹਾ ਜੀ ਅਸੀਂ ਇਹਨੂੰ 12 ਪੜ੍ਹਾ ਕੇ ਤਾਂ ਵਿਆਹ ਕਰ ਦੇਣਾ। ਤੇ ਮੇਰਾ ਕੁਐਸਚਨ ਉਹਨਾਂ ਨੇ ਸੀ ਕਿ ਤੁਸੀਂ ਆਪ ਗ੍ਰੈਜੂਏਟ ਹੋ ਔਰ ਉਸ ਵੇਲੇ ਬਲਾਕ ਡਿਵੈਲਪਮੈਂਟ ਆਫਿਸਰ ਸੀ, ਉਹ ਗੈਜ਼ਟ ਆਫਿਸਰ ਹੋ, ਤਾਂ ਤੁਸੀਂ ਆਪਣੀ ਲੜਕੀ ਨੂੰ 12 ਕਿਉਂ ਪੜਾਉਣੀ ਆ, ਕਮ ਸੇ ਕਮ BA ਤਾਂ ਕਰਾਓ। ਤੇ ਉਹਨਾਂ ਨੇ ਮੰਨ ਲਿਆ, ਉਹਨਾਂ ਨੇ ਉਸ ਲੜਕੀ ਨੂੰ BA B.Ed ਕਰਵਾਇਆ। ਉਹ ਐਸੀ ਰਿਵਾਇਤ ਚੱਲੀ ਕਿ ਮੇਰੀਆਂ 7 ਭੈਣਾਂ ਸੀ, 7 ਭੈਣਾਂ ਪੜ੍ਹ ਗਈਆਂ। ਮੇਰੀ ਆਪਣੀ ਜਿਹੜੀ ਸਿਸਟਰ ਸੀ ਉਹ BA B.Ed ਪ੍ਰਿੰਸੀਪਲ ਰਿਟਾਇਰ ਹੋਈ ਹੈ। ਮੇਰੀ ਇੱਕ ਭੈਣ ਹੈ ਉਹ ਡਾਕਟਰ ਰਿਟਾਇਰ ਹੋਈ ਹੈ, ਡਿਸਟ੍ਰਿਕਟ ਆਫਿਸਰ ਜਲੰਧਰ ਦੀ। ਮੈਂ ਇਹ ਕਹਿਣਾ ਚਾਹੁੰਦਾ ਕਿ ਹੋਰ ਮੇਰੀਆਂ ਭੈਣਾਂ ਸੀ MA ਤੱਕ ਗਈਆਂ। ਇਹ ਰਵਾਇਤ ਜਿਹੜੀ ਆ ਉਹ ਹੋਣੀ ਚਾਹੀਦੀ ਆ। ਦੂਜੀ ਜਿਹੜੀ ਮੇਰੀ ਆਪਣੀ ਫੈਮਿਲੀ ਇੱਥੇ ਇੰਗਲੈਂਡ ਦੇ ਵਿੱਚ ਆ, ਮੇਰੀ ਇੱਕ ਲੜਕੀ ਆ, ਇੱਕ ਲੜਕਾ ਹੈ। ਮੇਰੀ ਵਾਈਫ ਨੇ ਪਰਮਾਤਮਾ ਕੋਲੋਂ ਇਹ ਦੁਆ ਮੰਗੀ ਸੀ ਕਿ ਮੈਨੂੰ ਇੱਕ ਲੜਕਾ ਪਹਿਲਾਂ ਦਿੱਤਾ, ਮੈਨੂੰ ਲੜਕੀ ਦੇ ਇੱਕ, ਤੇ ਉਹਦੀ ਦੁਆ ਪੂਰੀ ਹੋ ਗਈ। ਅਸੀਂ ਉਸ ਲੜਕੀ ਨੂੰ BA ਕਰਵਾਇਆ, ਫਾਈਨੈਂਸ ਮੈਨੇਜਮੈਂਟ ਦੇ ਵਿੱਚ BSc ਠੀਕ ਸੈਕੰਡ ਕਲਾਸ ਉਹਨੇ ਕੀਤੀ। ਤੇ ਉਸ ਲੜਕੀ ਨੂੰ ਮੈਂ ਇਹ ਗੱਲ ਕਹੀ ਕਿ ਮੈਂ ਫਾਈਨੈਂਸ਼ੀਅਲੀ ਤਾਂ ਇੰਨਾ ਸਟਰੋਂਗ ਨਹੀਂ ਹੈਗਾ, ਪਰ ਮੈਂ ਇੱਕ ਜ਼ਰੂਰ ਤੋਂ ਇਹ ਗੱਲ ਕਰਨੀ ਚਾਹੁੰਦਾ ਕਿ ਤੂੰ MA ਕਰ ਮਾਰਕੀਟਿੰਗ ਦੇ ਵਿੱਚ। ਪਰ ਉਹ ਲੜਕੀ ਨੇ ਸਮਹਾਉ ਉਹਨੇ ਨਾ ਕਰ ਦਿੱਤੀ। ਸੋ ਕਹਿਣ ਦਾ ਭਾਵ ਇਹ ਹੈ ਕਿ ਜੇ ਅਸੀਂ ਇੱਕ ਚੀਜ਼ ਨੂੰ ਦਿਮਾਗ 'ਚ ਬਿਠਾ ਲਈਏ ਕਿ ਜੇ ਅਸੀਂ ਭਾਰਤ ਨੂੰ ਅੱਗੇ ਲੈ ਕੇ ਜਾਣਾ ਜਾਂ ਆਪਣੀ ਕਮਿਊਨਿਟੀ ਨੂੰ ਅੱਗੇ ਲੈ ਕੇ ਜਾਣਾ ਜਾਂ ਆਪਣੀ ਫੈਮਿਲੀ ਨੂੰ ਅੱਗੇ ਲੈ ਕੇ ਜਾਣਾ ਤਾਂ ਸਾਨੂੰ ਲੜਕੀਆਂ ਨੂੰ ਬਿਹਤਰੀਨ ਐਜੂਕੇਸ਼ਨ ਦੇਣੀ ਪਏਗੀ, ਕਿਉਂਕਿ ਇਹਦੇ ਨਾਲ ਬਹੁਤ ਸਾਰਾ ਫਾਇਦਾ ਹੁੰਦਾ ਹੈ। ਆਪਣੀ ਫੈਮਿਲੀ ਦਾ ਫਾਇਦਾ ਹੋਣਾ ਹੀ ਹੈ। ਜਿਸ ਘਰ ਉਹਨੇ ਜਾਣਾ ਵਿਆਹ ਕੇ ਉਸ ਫੈਮਿਲੀ ਨੂੰ ਉਤਾਰ ਦੇਣਾ, ਔਰ ਜਿਹੜੀ ਸਮਾਜ ਦੀ ਡਿਵੈਲਪਮੈਂਟ ਵਿੱਚ ਉਹਨੇ ਪ੍ਰੋਗਰੈਸ ਵਿੱਚ ਉਹਨੇ ਹਿੱਸਾ ਪਾਉਣਾ ਜਾਂ ਕੰਟਰੀ ਦੀ ਪ੍ਰੋਗਰੈਸ ਹਿੱਸਾ ਪਾਉਣਾ, ਉਹਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਕਿਉਂਕਿ ਫਾਈਨੈਂਸ਼ੀਅਲੀ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕਰਦੇ। ਧੰਨਵਾਦ। ਥੈਂਕ ਯੂ ਬਹੁਤ ਬਹੁਤ ਧੰਨਵਾਦ। ਬਹੁਤ ਸੋਲਿਡ ਗੱਲਾਂ ਕਰ ਗਿਆ ਹਰਵੰਸ ਲਾਲ, ਡਿਜ਼ਰਵ ਟੂ ਬੀ ਰਿਸਪੈਕਟਡ ਫॉर ਬਿਲਕੁਲ ਬਹੁਤ ਅੱਛੇ। ਮੈਂ ਸਵਾਲ ਕਰ ਰਿਹਾ ਸੀਗਾ ਕਿ ਸਦੀਆਂ ਗੁਜ਼ਰ ਗਈਆਂ, ਅਸੀਂ ਬੁਰਾ ਭਲਾ ਮਨ ਨੂੰ ਕਹਿੰਦੇ ਆ, ਲੇਕਿਨ ਜਿਹੜਾ ਉਹਦਾ ਕਸੂਰ ਆ ਅਸੀਂ ਉਹਨੂੰ ਖੁੱਲ੍ਹੇਆਮ ਭੰਡਦੇ ਆ। ਜਦੋਂ ਅਸੀਂ ਕਿਸੇ ਨੂੰ ਮਾੜਾ ਕਹਿੰਦੇ ਉਹ ਤੋਂ ਅਸੀਂ ਕੋਈ ਸਿੱਖਦੇ ਆ। ਬਿਲਕੁਲ ਜਿਹੜੀ ਹਿਸਟਰੀ ਆ, ਹਿਸਟਰੀ ਨੂੰ ਕੱਲੇ ਪੜ੍ਹੀ ਜਾਣ ਨਾਲ ਕੁਛ ਨਹੀਂ ਮਿਲਣਾ, ਲੇਕਿਨ ਉਹ ਤੋਂ ਆਪਾਂ ਸਿੱਖਿਆ ਕੀ। ਹਾਂਜੀ, ਹੈਲੋ ਜੀ, ਸਵਾਗਤ ਹੈ। ਕੌਣ ਤੋਂ ਕਿੱਥੋਂ ਬੋਲਦੇ ਜੀ? ਹੈਲੋ ਜੀ, ਗਗਨ ਬੋਲ ਰਿਹਾ ਜੀ, ਕੋਵੈਂਟਰੀ ਤੋਂ। ਹਾਂਜੀ ਗਗਨ ਜੀ, ਕੀ ਕਹਿਣਾ ਚਾਹੋਗੇ ਤੁਸੀਂ? ਵੈਲਕਮ ਗਗਨ ਜੀ। ਉਹ ਡਾਕਟਰ ਸਾਹਿਬ ਐਡੀ ਵਧੀਆ ਗੱਲ ਕਲੀਅਰ ਹੁੰਦੀ ਨਹੀਂ ਹੁਣ ਕਰੋ ਮੈਂ ਨਾ ਜਿਹੜੇ ਪਹਿਲੇ ਕਾਲਰ ਆਪਣੇ ਆਏ ਸੀ ਉਹਨਾਂ ਨਾਲ ਪੂਰਾ 100% ਐਗਰੀ ਕਰਦਾ ਇਸ ਗੱਲ ਨਾਲ। ਥੈਂਕ ਯੂ। ਸਾਨੂੰ ਜਿਹੜੀ ਹੈਗੀ ਨਾ ਆਪਣੇ ਘਰ ਜਿਹੜੀ ਲੇਡੀਜ਼ ਦੀ ਜਿਹੜੀ ਇੰਪੋਰਟੈਂਸ ਦੀ ਗੱਲ ਕਰਦੇ ਹਾਂ ਅਸੀਂ, ਸਾਨੂੰ ਆਪਣੇ ਘਰ ਤੋਂ ਸ਼ੁਰੂ ਕਰਨਾ ਪੈਣਾ ਹੈ। ਬਿਲਕੁਲ ਅਸੀਂ ਘਰ ਤੋਂ ਸ਼ੁਰੂ ਕਰਾਂਗੇ, ਸਮਾਜ ਦਾ ਜਾਵਾਂਗੇ, ਸਮਾਜ ਤੋਂ ਦੇਸ਼ ਬਣੂਗਾ, ਦੇਸ਼ ਤੋਂ ਦੁਨੀਆ ਬਣੂਗੀ। ਬਿਲਕੁਲ ਜਦੋਂ ਗੁਰੂਆਂ ਨੇ ਇਹ ਕਹਿਤਾ ਕਿ ਸੋ ਕੇ ਮੰਦਾ ਆਖੇ ਜਿਸ ਚੰਮੇ ਰਾਜਾਨ ਸੀ, ਅਸੀਂ ਕਾਹਤੇ ਇਹ ਪੰਗੇ ਪੁੱਠੇ ਕਰਦੇ ਹਾਂ। ਮੇਰੀ ਨਾ ਆਪਣੀ ਰੀਅਲ ਸਿਸਟਰ ਛੋਟੀ ਜਿਹੜੀ ਸਭ ਤੋਂ ਆ, ਉਹਨੇ M.Com ਫਸਟ ਡਿਵੀਜ਼ਨ ਗੁਰੂ ਨਾਨਕ ਯੂਨੀਵਰਸਿਟੀ ਤੋਂ ਕੀਤੀ ਹੋਈ ਆ, ਔਰ ਉਹ ਬਾਹਰ ਜਦੋਂ ਉਹਨੇ ਯੂਨੀਵਰਸਿਟੀ MA ਕੀਤੀ, M.Com ਕੀਤੀ, ਉਸ ਲਈ ਉਹਨੂੰ ਜੌਬ ਮਿਲ ਗਈ ਬੈਂਕ 'ਚ। ਕੋਈ 1 ਰੁਪਈਆ ਨਹੀਂ ਖਰਚਦਾ, ਕੋਈ ਸਟਰਗਲ ਨਹੀਂ ਕਰਨੀ ਪਈ। ਦੂਸਰੀ ਛੋਟੀ ਨੇ ਕੀਤਾ, ਉਹਨੇ MA ਕਰਕੇ ਉਹਨੇ ਕਰ ਲਈ B.Ed, ਉਹ ਟੀਚਰ ਲੱਗੀ ਹੋਈ ਆ ਆਪਣੇ 에ਅਰ ਫੋਰਸ ਦੇ ਵਿੱਚ। ਸੋ ਮੈਂ ਆਪਣੀ ਗੱਲ ਦੱਸਦਾ, ਡੈਡੀ ਨੇ ਗੱਲ ਕਹੀ ਸੀ ਸਾਨੂੰ, ਮੈਂ ਆਪ ਨਾ ਡਬਲ MA ਕਰਕੇ ਆਇਆ ਹੋਇਆ ਉੱਥੋਂ। ਡਬਲ MA ਇੰਡੀਆ ਤੋਂ ਕੀਤੀ ਸੀਗੀ, ਫਿਰ ਇੱਥੇ ਆ ਕੇ ਬਿਜ਼ਨਸ ਮੈਨੇਜਮੈਂਟ ਕੀਤੀ। ਪਰ ਸਾਡੀ ਇਹ ਕੋਸ਼ਿਸ਼ ਸੀਗੀ ਕਿ ਇੱਕ ਜਣਾ ਮੁੰਡਿਆਂ ਨੂੰ ਨਹੀਂ ਇਕੱਲਾ ਪੜਾਉਣਾ, ਕੁੜੀਆਂ ਨੂੰ ਵੀ ਨਾਲ ਪੜਾਉਣਾ ਅਸੀਂ। ਸੋ ਮੇਰੇ ਖਿਆਲ ਦੇ ਨਾਲ ਜੇ ਸਾਰਿਆਂ ਦੀ ਇਹ ਬਣ ਗਈ ਤਾਂ ਫਿਰ ਸਾਨੂੰ ਵੂਮਨ ਲੀਡਰ ਬਣਾਉਣ ਦੀ ਲੋੜ ਨਹੀਂ ਪੈਣੀ। ਬਿਲਕੁਲ ਸਹੀ ਗੱਲ ਆ।
ਲੋੜ ਇਹ ਆ ਕਿ ਆਪਣੇ ਘਰ ਤੋਂ ਸਟਾਰਟ ਕਰੀਏ, ਫਿਰ ਅਸੀਂ ਦੁਨੀਆ ਬਦਲ ਦਾਂਗੇ। ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਗੱਲਾਂ ਤੱਕ ਨਹੀਂ ਵੀ ਗੱਲ ਕਰਤੀ, ਲਓ ਜੀ ਅੱਜ ਵਧਾਈਆਂ ਜੀ, ਵੂਮਨ ਡੇ ਆ ਗਿਆ ਜੀ, ਕੁੜੀਆਂ ਪੜ੍ਹਾ ਲਓ ਜੀ। ਇਦਾਂ ਨਹੀਂ ਗੱਲਾਂ ਨਾਲ ਨਹੀਂ ਸਰਨਾ, ਹੁਣ ਟਾਈਮ ਹੈ ਨਹੀਂ ਗੱਲਾਂ ਕਰਨ ਦਾ। ਥੈਂਕ ਯੂ। ਥੈਂਕ ਯੂ ਵੈਰੀ ਮੱਚ, ਥੈਂਕ ਯੂ। ਗਗਨ ਜੀ, ਜਿਹੜੇ ਕਾਂਸ਼ੀ ਟੀਵੀ ਦੇ ਵਿਊਅਰ ਉਹ ਜਾਣਦੇ ਹੋਣਗੇ, ਇਹ ਕਾਂਸ਼ੀ ਟੀਵੀ ਤਾਂ ਆਪਣਾ ਪ੍ਰੋਗਰਾਮ ਦਿਆ ਕਰਦੇ ਸੀਗੇ। ਸਾਡੇ ਮੇਰੇ ਪ੍ਰੋਗਰਾਮ ਤੋਂ ਬਾਅਦ ਜਿੰਨਾ ਪ੍ਰੋਗਰਾਮ ਹੁੰਦਾ ਸੀਗਾ ਸਟ੍ਰੇਟ ਫੋਰਵਰਡ, ਬਿਲਕੁਲ ਬਿਲਕੁਲ ਉਹਨਾਂ ਦੀ ਗੱਲਬਾਤ ਬਿਲਕੁਲ ਇਸ਼ੂ ਤੇ ਹੁੰਦੀ ਸੀ, ਬਹੁਤ ਸਿੱਧੀ ਸਟ੍ਰੇਟ ਫੋਰਵਰਡ ਔਨ ਦੀ ਸਬਜੈਕਟ ਗੱਲਬਾਤ ਹੁੰਦੀ ਸੀਗੀ। ਅਨਫੋਰਚੂਨੇਟਲੀ ਬਾਅਦ 'ਚੋਂ ਬਿਮਾਰ ਹੋ ਗਿਆ, ਇਸ ਕਰਕੇ ਉਹ ਪ੍ਰੋਗਰਾਮ ਨਹੀਂ ਕਰ ਸਕੇ। ਹੁਣ ਜਦੋਂ ਵੀ ਠੀਕ ਹੋਏ ਤਾਂ ਉਹਨਾਂ ਨੂੰ ਵਾਪਸ ਆਉਣ ਦੀ ਆਸ ਹੈ, ਅਤੇ ਉਹਨਾਂ ਦਾ ਮੈਂ ਧੰਨਵਾਦ ਕਰਦਾ। ਉਹ ਸਾਡੇ ਪ੍ਰੋਗਰਾਮ ਦੇਖ ਰਹੇ ਆ, ਕਿਉਂਕਿ ਜਿਹੜੇ ਬੰਦੇ ਖੁਦ ਪ੍ਰੈਜ਼ੈਂਟਰ ਰਹੇ ਹੁਣ ਉਹਨਾਂ ਦੀ ਸਲਾਹ ਵੀ ਬਹੁਤ ਇੰਪੋਰਟੈਂਟ ਹੁੰਦੀ ਆ। ਬਹੁਤ ਚੰਗਾ ਲੱਗਾ ਉਹਨਾਂ ਨਾਲ ਗੱਲ ਕਰਕੇ। ਹਾਂ, ਮੈਂ ਗੱਲ ਕਰ ਰਿਹਾ ਸੀਗਾ ਵੀ ਮਨੂ ਨੇ ਜੋ ਕਿਹਾ ਅਸੀਂ ਉਹਨੂੰ ਮਾੜਾ ਕਹਿ ਦਿੱਤਾ, ਲੇਕਿਨ ਜੋ ਅਸੀਂ ਪੜ੍ਹਿਆ ਉਹ ਤੋਂ ਸਿੱਖਣਾ ਕੁਛ। ਕੀ ਅਸੀਂ ਮਨੂ ਦੀ ਪੁੱਠੀਆਂ ਸਿੱਧੀਆਂ ਗੱਲਾਂ ਤੋਂ ਕੁਛ ਸਿੱਖਿਆ? ਨਹੀਂ ਸਿੱਖਿਆ ਹੈ। ਹਾਂਜੀ, ਹੈਲੋ ਜੀ, ਕੌਣ ਤੇ ਕਿੱਥੋਂ ਬੋਲਦੇ? ਸਵਾਗਤ ਥੋੜ੍ਹਾ ਜੀ। ਹੈਲੋ, ਮੈਂ ਜੱਸਰ ਬੋਲਦਾ ਜੀ, ਗਲਾਸਗੋ ਤੋਂ। ਹਾਂਜੀ, ਠੀਕ ਹੈ ਜੀ। ਕੌਣ ਤੇ ਕਿੱਥੋਂ ਬੋਲਦੇ ਜੀ? ਗਲਾਸਗੋ ਤੋਂ ਬੋਲ ਰਹੇ। ਹਾਂ ਜੱਸਰ ਸਾਹਿਬ। ਹਾਂਜੀ, ਜੈ ਭੀਮ ਜੀ। ਜੈ ਭੀਮ ਜੀ। ਜੈ ਬੇਟਨ, ਸੁਣਾਓ ਕੀ ਹਾਲ ਚਾਲ ਜੀ? ਹਾਂ, ਠੀਕ ਠਾਕ ਆ, ਤੁਸੀਂ ਠੀਕ ਹੈ? ਹਾਂਜੀ ਮੈਂ ਜ਼ਿਆਦਾ ਗੱਲਾਂ ਡਾਕਟਰ ਸਾਹਿਬ ਉਹਨਾਂ ਦੀਆਂ ਸੁਣਨੀਆਂ ਚਾਹੁੰਦਾ, ਸਿਰਫ 2 ਮਿੰਟ ਜੀ ਮੈਂ ਆਪਣੀ ਗੱਲ ਨਿਬੇੜਨੀ ਆ। ਇਹ ਜੋ ਵਿਸ਼ਾ ਹੈ ਨਾ, ਹਾਂਜੀ, ਇਹ ਤਾਂ ਹੀ ਸੂਤ ਆ ਸਕਦਾ ਜਦ ਤੱਕ ਅਸੀਂ ਆਪ ਨਹੀਂ ਸੁਧਰਦੇ। ਠੀਕ ਹੈ, ਗੱਲਾਂ ਜ਼ਰੂਰ ਕਰ ਲੈਂਦੇ ਅਸੀਂ ਸਾਰੀਆਂ ਕਮਿਊਨਿਟੀਆਂ। ਜੱਸਰ ਸਾਹਿਬ ਜੀ, ਸੁਧਰਨ ਲਈ ਕਿਹੜੀ ਗੋਲੀ ਖਾਣੀ ਪਊਗੀ? ਗੋਲੀ ਇਹ ਹੈ ਕਿ ਆਪਣੇ ਆਪ ਨੂੰ ਤਿਆਗਣ ਦਾ ਕੋਸ਼ਿਸ਼ ਕਰੋ, ਜਿਹੜਾ ਸਾਡੇ ਅੰਦਰ ਭਰ ਹੋਇਆ। ਅਸੀਂ ਸਹੀ ਗੱਲ ਕਹਿਣ ਦੀ ਬਜਾਏ ਜਿਹੜੀਆਂ ਪੁਰਾਣਾ ਕੁਝ ਹੋ ਚੁੱਕਿਆ, ਮਨੂ ਹੋਇਆ, ਜੇ ਹੋਇਆ, ਉਹ ਹੋਇਆ, ਅਸੀਂ ਉੱਥੇ ਹੀ ਸਾਰਾ ਨਜ਼ਰਾਂ ਝਾੜ ਦਿੰਦੇ ਆ। ਕਰਨ ਲਈ ਜੋ ਹੈਗਾ ਉਹ ਕਰਦੇ ਨਹੀਂ। ਉਹ ਜੇ ਉਹ ਕਰਨ ਲਈ ਕਹਿੰਦਾ ਆ ਤੇ ਉਹਦੀ ਸੁਣ ਲੈਂਦੇ ਆ ਤੇ ਮਗਰ ਨਹੀਂ ਲੱਗਦੇ। ਜਿੰਨਾ ਤਾਣਾ ਬਾਣਾ ਇਹ ਉਲਝਿਆ ਹੈ ਨਾ, ਜਦ ਤੱਕ ਅਸੀਂ ਇਹਨੂੰ ਚੰਗੀ ਤਰ੍ਹਾਂ ਤੋੜ ਨਹੀਂ ਲੈਂਦੇ ਤੇ ਨਵਾਂ ਤਾਣਾ ਬਾਣਾ ਸ਼ੁਰੂ ਕਰੀਏ। ਅੱਜ ਦੀ ਜਨਰੇਸ਼ਨ ਕੀ ਚਾਹੁੰਦੀ ਆ? ਅੱਜ ਦੀ ਜਨਰੇਸ਼ਨ ਇਹਨਾਂ ਗੱਲਾਂ ਵਿੱਚ ਫਸੀ ਨਹੀਂ, ਅਸੀਂ ਫਸੇ ਹਾਂ। ਹਾਲੇ ਸਾਡੇ ਚੋਂ ਜਿਗਰਾ ਆਉਂਦਾ ਨਹੀਂ, ਅਸੀਂ ਦੂਸਰੇ ਵੱਲ ਦੇਖਦੇ ਰਹਿੰਦੇ ਹਾਂ। ਕੀ ਕਹੂਗਾ? ਆਪਣਾ ਮਤਲਬ ਨੱਕ ਬਣਾਉਣ ਲਈ ਨਾ ਵਿਆਹ ਸ਼ਾਦੀਆਂ ਵੀ ਇਹਦੇ ਵਿੱਚ ਰਿਲੇਟਡ ਵਾ। ਜਿਹੜੇ ਰਸਮੋ ਰਿਵਾਜ ਆ ਵਿਆਹ ਸ਼ਾਦੀਆਂ ਦੇ, ਉਹ ਵੀ ਇਹਦੇ ਨਾਲ ਰਿਲੇਟਡ ਵਾ, ਕਿਉਂਕਿ ਉੱਥੇ ਵੀ ਔਰਤ ਨੂੰ ਡਾਊਨ ਕੀਤਾ ਜਾਂਦਾ ਆ। ਇਸ ਕਰਕੇ ਸਾਰਾ ਹੀ ਤਾਣਾ ਬਾਣਾ ਵਿਆਹ ਸ਼ਾਦੀਆਂ ਦਾ ਵੀ, ਰਸਮੋ ਰਿਵਾਜ ਵੀ ਜਿੱਦਾਂ ਅਸੀਂ ਕਰ ਰਹੇ ਆ ਨਾ, ਇਹ ਸਾਰੇ ਹੀ ਮਤਲਬ ਇਹ ਤਰਾਸ਼ਣੇ ਚਾਹੀਦੇ ਆ, ਤਾਂ ਕਿਤੇ ਜਾ ਕੇ ਸਾਡੇ ਵਿੱਚ ਉਹ ਪੌਦਾ ਚੰਗੀ ਤਰ੍ਹਾਂ ਪੈਦਾ ਹੋਊਗਾ ਕਿ ਔਰਤ ਨੂੰ ਪੂਰੇ ਹੱਕ ਦੇਣ ਦਾ, ਉਹਨੂੰ ਇੱਜ਼ਤ ਕਰਨ ਦਾ। ਗੱਲਾਂ ਜ਼ਰੂਰ ਅਸੀਂ ਕਰਦੇ ਹਾਂ, ਸੁਣਦੇ ਹਾਂ, ਕਹਿੰਦੇ ਵੀ ਇੱਦਾਂ ਹੋਣਾ ਚਾਹੀਦਾ ਆ। ਇੰਡੀਆ ਦੇ ਵਿੱਚ ਜਿਹੜਾ ਮਿਡਲ ਕਲਾਸ ਆ, ਪੜ੍ਹਿਆ ਲਿਖਿਆ ਆ, ਉਹਨਾਂ ਦੇ ਜਿੰਨੇ ਫਸਾਦ ਵਾਈਫ ਔਰ ਹਸਬੈਂਡ ਦੇ ਆ ਨਾ, ਜਿਹੜਾ ਗਰੀਬ ਆ ਉਹਨਾਂ ਦੇ ਘੱਟ ਵਾ। ਇਸ ਕਰਕੇ ਉਹ ਵੀ ਨਹੀਂ ਹਾਲੇ ਸਮਝੇ। ਤਾਂ ਉੱਥੇ ਦੀ ਤਾਂ ਗੱਲ ਛੱਡੋ, ਉੱਥੇ ਬਹੁਤ ਪਿੱਛੇ ਆ ਹਾਲੇ। ਇੱਥੇ ਆਏ ਆ, ਜੇ ਇੱਥੋਂ ਆਪਾਂ ਕੋਈ ਲਾਈਨ ਫੜ ਲਈਏ ਇੱਦਾਂ ਦੀ ਤੇ ਸ਼ਾਇਦ ਉੱਥੇ ਅਸਰ ਹੋ ਜਾਵੇ। ਇੱਥੇ ਵੀ ਉਹੀ ਚੀਜ਼ ਵਾ ਹਾਲੇ। ਸੋ ਮੈਂ ਜ਼ਿਆਦਾ ਨਾ ਕਹਿੰਦਾ, ਮੈਂ ਇਹੀ ਕਹੂੰਗਾ ਕਿ ਮੈਂ ਇਹਨਾਂ ਦੀ ਗੱਲ ਸੁਣਨੀ ਚਾਹੁੰਦਾ, ਡਾਕਟਰ ਉਹਨਾਂ ਦੀ, ਕਿ ਤੁਸੀਂ ਦੱਸੋ ਕੀ ਕਹਿਣਾ। ਕਾਲ ਜਿਹੜੀਆਂ ਆ ਉਹ ਕੱਟ ਲਾਓ। ਬਹੁਤ ਬਹੁਤ ਥੈਂਕ ਯੂ ਜੀ। ਮੇਰੇ ਤੋਂ ਜੱਸਰ ਜੀ ਗਲਾਸਗੋ ਤੋਂ ਬਹੁਤ ਵੱਡੇ ਸ਼ਾਇਰ ਹਨ। ਪਹਿਲਾਂ ਵੋਲਮ ਰਹਿੰਦੇ ਸੀਗੇ, ਹੁਣ ਕਾਫੀ ਚਿਰ ਤੋਂ ਗਲਾਸਗੋ ਰਹਿੰਦੇ। ਅੱਛਾ, ਮੈਂ ਪੁੱਛ ਰਿਹਾ ਸੀਗਾ ਵੀ ਅਸੀਂ ਲਰਨ ਕੀ ਕੀਤਾ ਹੈ ਮਨੂ ਤੋਂ? ਤੁਹਾਡੀਆਂ ਕਿਤਾਬਾਂ ਜਾਂ ਕਿਸੇ ਹੋਰ ਦੀਆਂ ਕਿਤਾਬਾਂ ਅਸੀਂ ਪੜ੍ਹਦੇ ਹਾਂ। ਕਿਉਂ ਪੜ੍ਹਦੇ ਹਾਂ? ਤਾਂ ਕਿ ਸਾਨੂੰ ਜਾਣਕਾਰੀ ਮਿਲੇ। ਅਸੀਂ ਜਾਣਕਾਰੀ ਲੈ ਲਈ, ਮਨੂ ਨੇ ਜੋ ਕੀਤਾ ਗਲਤ ਕੀਤਾ, ਉਹਨੂੰ ਇੱਦਾਂ ਨਹੀਂ ਸੀ ਕਰਨੀ ਚਾਹੀਦੀ, ਲੇਕਿਨ ਉਹ ਜਿਹੜੀ ਉਹਨੇ ਲਿਖੀ ਆ ਅਸੀਂ ਉਹਨੂੰ ਐਕਸੈਪਟ ਕਰਕੇ ਬੈਠੇ ਹਾਂ। ਐਕਸੈਪਟ ਕੀ? ਉਹ ਤੇ ਅਸੀਂ ਪੂਰਾ ਯਾਨੀ ਕਿ ਉਹਦੀ ਪੈਰ ਵੀ ਕਰ ਰਹੇ ਨੇ ਵੀ ਕਿਤੇ ਦੂਰ ਨਾ ਚੱਲ ਜਾਵੇ। ਮਨੂ ਸਾਡੇ ਨਾਲ ਆ ਆਲ ਦੀ ਟਾਈਮ। ਅਸੀਂ ਖੁਦ ਮਨੂ ਬਿਲਕੁਲ ਬਿਲਕੁਲ। ਯਾਨੀ ਕਿ ਇਹ ਜਿਹੜੀ ਗੱਲ ਹੈਗੀ ਹੈ ਨਾ,
ਹਜੇ ਤੱਕ ਵੀ ਆਪਾਂ ਇਨਕੇ ਕੁੜੀ ਜੰਮਣ ਤੇ ਆਮ ਅਸੀਂ ਕਹਿੰਦੇ ਹੈਗੇ ਆ ਪੱਥਰ ਜੰਮ ਪਿਆ। ਮੈਂ ਸੋਚਦਾ ਚਲੋ ਮਨੂ ਨੂੰ ਆਪਾਂ ਜੇ ਜਿਹੜਾ ਮਨੂ ਨਾ ਹਾਂ ਇਹ ਇੰਡੀਆ ਸਬ ਕੰਟੀਨੈਂਟ ਦਾ ਪ੍ਰੋਬਲਮ ਆ। ਬਿਲਕੁਲ ਐਬਸੋਲੂਟਲੀ ਪਰ ਬਾਕੀ ਦੁਨੀਆ ਦੇ ਵਿੱਚ ਹਾਂਜੀ ਕੀ ਔਰਤ ਸੇਫ ਆ, ਕੀ ਔਰਤ ਨੂੰ ਉਹਦੇ ਬਣਦੇ ਅਧਿਕਾਰ ਮਿਲਦੇ, ਕੀ ਉਹਨੂੰ ਫਰੀडम ਆਫ ਵੋਇਸ ਕਹ ਲਓ, ਫਰੀडम ਆਫ ਸਪੀਚ ਕਹ ਲਓ, ਜਾਂ ਫਰੀडम ਆਫ ਲਾਈਫ ਆਫ देयर ਸਟਾਈਲ। ਬਿਲਕੁਲ ਦੇਖੋ they haven't got it ਨਹੀਂ ਹੈ ਨਹੀਂ। so manu is not ਨਹੀਂ ਮਨੂ ਪ੍ਰੋਬਲਮ ਨਹੀਂ ਹੈ ਇਨ ਦੈਟ ਸੈਂਸ, ਯਾਨੀ ਕਿ ਇੱਥੇ ਜਿਹੜੀ ਤੁਸੀਂ ਕਹਿੰਦੇ ਆ ਮਨੂ ਸਾਡੀ ਪ੍ਰੋਬਲਮ ਹੈਗੀ ਆ ਉੱਥੇ ਦੀ ਇੰਡੀਆ ਦੀ। ਪਰ ਜਿਹੜੀ ਯਾਨੀ ਕਿ ਔਨ ਦੀ ਹੋਲ ਜਦੋਂ ਜਿਹੜਾ ਤੁਹਾਡਾ ਸਵਾਲ ਹੈਗਾ ਬੜਾ ਵਧੀਆ ਰੈਲੇਵੈਂਸੀ ਦੀ ਗੱਲ ਕਰਦਾ ਮੈਂ। ਇਹਨਾਂ ਮੁਲਕਾਂ ਵਿੱਚ ਚਾਹੇ ਉਹ ਅਮਰੀਕਾ ਹੈ, ਚਾਹੇ ਯਾਨੀ ਕਿਹੜਾ ਹੈਗਾ ਆਪਣਾ ਆਹ ਮੁਲਕ ਹੈਗਾ, ਜਾਂ ਜਿੰਨੇ ਵੀ ਯਾਨੀ ਕਿ ਯੂਰਪੀਅਨ ਮੁਲਕ ਹੈਗੇ ਆ, ਇਹਨਾਂ 'ਚ ਕੰਪੈਰੇਟਿਵਲੀ ਜਦੋਂ ਆਪਾਂ ਕੰਪੇਅਰ ਕਰਦੇ ਹਾਂ ਸਾਡੀ ਇਹਨਾਂ ਨੇ ਤਰੱਕੀ ਬਹੁਤ ਹੋਈ ਹੈ। ਹੈਲੋ ਜੀ, ਵੈਲਕਮ। ਕੌਣ ਤੇ ਕਿੱਥੋਂ ਬੋਲਦੇ ਪਲੀਜ਼? ਜਗਦੇਵ ਜੀ, ਮੈਂ ਹਰਬੰਸ ਸਾਹਿਬ ਬੋਲ ਰਿਹਾ ਸਾਊਥ ਤੋਂ ਅਗੇਨ। ਹਾਂਜੀ ਮੇਰ ਸਾਹਿਬ ਤੁਸੀਂ ਮਨੂ ਦੀ ਗੱਲ ਕੀਤੀ ਹੈ। ਹਾਂਜੀ ਦੇਖੋ, ਮੈਨੂੰ ਕਿਸੇ ਨੇ ਕੁਐਸਚਨ ਕੀਤਾ ਸੀ ਕਿ ਮਨੂ ਜਿਹੜਾ ਅੱਛਾ ਫਿਲਾਸਫਰ ਹੈ ਜਾਂ ਕੀ ਆ, ਤਾਂ ਮੈਂ ਉਹਨੇ ਜਵਾਬ ਰੇਡੀਓ ਤੇ ਮੈਂ ਗੱਲ ਕਰ ਰਿਹਾ ਸੀ ਤੇ ਮੈਂ ਕਿਹਾ ਸੀ ਹੀ ਵਾਜ਼ ਅ ਵੈਰੀ ਬੈਡ ਫਿਲਾਸਫਰ। ਇਹ ਮੇਰੀ ਰੇਡੀਓ ਤੇ ਗੱਲ ਹੋਈ। ਠੀਕ। ਉਹ ਫਿਲਾਸਫਰ ਜਿਹੜਾ ਬੈਡ ਆ, ਅਸੀਂ ਉਹਨੂੰ ਕਿਉਂ ਫੋਲੋ ਕਰਦੇ ਹਾਂ? ਬਿਲਕੁਲ ਅਸੀਂ ਖੁਦ ਮਨੂ ਆ। ਬਿਲਕੁਲ ਮੈਂ ਤਾਂ ਜਿਹੜੇ ਇੱਕ ਲੜਕੀ ਨੂੰ ਪੜਾਉਣ ਦੇ ਹੱਕ 'ਚ ਨਹੀਂ, ਉਹਨਾਂ ਨੂੰ ਤਰੱਕੀ ਦੇ, ਉਹਨਾਂ ਨੂੰ ਫਰੀडम ਦੇਣ ਦੇ ਹੱਕ 'ਚ ਨਹੀਂ, ਤੇ ਅਸੀਂ ਮਨੂ ਦੇ ਪਿੱਛੇ ਕਿਉਂ ਕਰਦੇ? ਅਸੀਂ ਆਪਣੇ ਆਪ ਨੂੰ ਕਿਉਂ ਨਹੀਂ ਸੁਧਾਰਦੇ? ਮੈਂ ਬਿਲਕੁਲ ਇਹੀ ਗੱਲ ਕੀਤੀ ਹੈ ਕਿ ਅਸੀਂ ਮਨੂ ਨੂੰ ਪੜ੍ਹ ਲਿਆ ਮਾੜਾ, ਅਸੀਂ ਮੰਨ ਲਿਆ ਮਾੜਾ, ਫਿਰ ਅਸੀਂ। ਮੈਂ ਡਾਕਟਰ ਸਾਹਿਬ ਯਾਦ ਹੋਊਗਾ ਤੁਹਾਨੂੰ, ਮੈਂ ਪਿੱਛੇ ਗੱਲ ਕੀਤੀ ਸੀ ਕਿ ਮੈਂ ਪਾਸਟ ਨੂੰ ਸਿਰਫ 10% ਉਹਦੀ ਹਮਾਇਤ ਕਰਦਾ। ਐਬਸੋਲੂਟਲੀ ਮੈਂ ਪ੍ਰੈਜ਼ੈਂਟ ਦੀ 60 ਤੋਂ 70% ਹਮਾਇਤ ਕਰਦਾ, ਔਰ ਫਿਊਚਰ ਦੀ ਮੈਂ 15 ਜਾਂ 20-25% ਤੱਕ ਹਮਾਇਤ ਕਰਦਾ। ਉਹਨੂੰ ਤੁਸੀਂ ਘਟਾ ਢਾ ਸਕਦੇ ਹੋ। ਬਿਲਕੁਲ ਜੇ ਅਸੀਂ ਅੱਜ ਔਰ ਫਿਊਚਰ ਦੇ ਬਾਰੇ ਨਹੀਂ ਸੋਚਾਂਗੇ, ਅਸੀਂ ਪਾਸਟ ਦੇ ਬਾਰੇ ਸੋਚਦੇ ਰਹਾਂਗੇ, ਤਾਂ ਅਸੀਂ ਪਾਸਟ ਵਿੱਚ ਹੀ ਰਵਾਂਗੇ। ਬਿਲਕੁਲ ਅਸੀਂ ਅੱਗੇ ਨਹੀਂ ਵਧ ਸਕਦੇ। ਜਦ ਕਿ ਅੱਜ ਦੁਨੀਆ ਦੇ ਵਿੱਚ 21st ਸੈਂਚੁਰੀ ਦੇ ਵਿੱਚ ਜੋ ਚੀਜ਼ ਸਾਨੂੰ ਚਾਹੀਦੀ ਆ ਉਹ ਇੱਕ ਵਿਦਿਆ ਪਲੱਸ, ਕਿਸੇ ਨੇ ਕਿਹਾ ਸੀ science and technology makes the country prosperous. Absolutely. And further he said, if the economy of the country is poor, that country can never be prosperous. ਤੇ ਜੇ ਇਹ ਗੱਲ ਸਹੀ ਆ ਤੇ ਅਸੀਂ ਜਿਹੜੀ 50% ਸਾਡੀ ਪੋਪੂਲੇਸ਼ਨ ਉਹਨੂੰ ਅਨਪੜ੍ਹ ਕਿਉਂ ਰੱਖਦੇ ਹਾਂ? ਐਬਸੋਲੂਟਲੀ ਧੰਨਵਾਦ। ਹਾਂਜੀ, ਬਹੁਤ ਧੰਨਵਾਦ ਜੀ, ਬਹੁਤ ਸੋਲਿਡ, ਬਹੁਤ ਵਧੀਆ ਗੱਲ। ਨਹੀਂ ਯਾਨੀ ਕਿ ਇਸ ਮੁਲਕ ਵਿੱਚ ਵੀ ਜਿਹੜਾ ਤੁਸੀਂ ਸਵਾਲ ਦੀ ਗੱਲ ਕੀਤੀ ਹੈਗੀ ਆ, 51% ਪਾਪੂਲੇਸ਼ਨ ਜਿਹੜੀ ਆ ਉਹ ਵੂਮਨਸ ਦੀ ਹੈ, ਤੇ ਉਹ ਯਾਨੀ ਕਿ ਜਿਹੜੀ ਤਰੱਕੀ ਇਹਨਾਂ ਮੁਲਕਾਂ ਨੇ ਕੀਤੀ ਹੈਗੀ ਆ ਸਾਡੇ ਉੱਥੇ ਨਹੀਂ ਹੋਈ ਹੈ, ਤੇ ਮੈਨੂੰ ਉਹਦੇ ਚਾਂਸ ਵੀ ਨਹੀਂ ਦੱਸਦੇ ਹੈ ਬਹੁਤੇ, ਯਾਨੀ ਕਿ ਕਿਉਂਕਿ ਅਸੀਂ ਉਹਨਾਂ ਗੱਲਾਂ ਤੇ ਦੌੜ ਯਾਨੀ ਕਿ ਪਾਉਂਦੇ ਹੈ। ਸਾਡੇ ਲੋਕ ਬਹੁਤ ਬੜੇ ਧਾਰਮਿਕ ਹੈ, ਮੰਦਰਾਂ ਗੁਰਦੁਆਰਿਆਂ ਮਸੀਤਾਂ ਯਾਨੀ ਕਿ ਜਿੰਨੇ ਵੀ ਸਾਡੇ ਯਾਨੀ ਕਿ ਧਾਰਮਿਕ ਅਦਾਰੇ ਹੈਗੇ ਆ, ਇਹਨਾਂ ਵਿੱਚੋਂ ਕਿਸੇ ਨੇ ਵੀ ਜਿਹੜੀ ਹੈਗੀ ਬਰਾਬਰ ਦੀ ਗੱਲ ਨਹੀਂ ਕੀਤੀ ਹੈ, ਔਰਤ ਦੀ ਬਰਾਬਰ ਦੀ ਗੱਲ ਨਹੀਂ ਕੀਤੀ ਹੈ। ਜਿਹੜੇ ਗ੍ਰੰਥ ਵੀ ਸਾਡੇ ਯਾਨੀ ਕਿ ਜਿੰਨੇ ਵੀ ਧਾਰਮਿਕ ਗ੍ਰੰਥ ਹੈਗੇ ਉਹ ਆਦਮੀਆਂ ਨੇ ਲਿਖੇ ਹੈ, ਜਿਹੜਾ ਮਰਜ਼ੀ ਯਾਨੀ ਕਿ ਧਰਮ ਹੋਵੇ ਸਾਰੇ ਆਦਮੀਆਂ ਨੇ ਲਿਖੇ ਹੈ, ਉਹਦੇ ਵਿੱਚ ਆਦਮੀਆਂ ਦੀ ਹੀ ਗੱਲ ਕੀਤੀ ਗਈ ਹੈ। ਤੇ ਜਦੋਂ ਯਾਨੀ ਕਿ ਜਿਹੜਾ ਕਿਉਂਕਿ ਅਨਸਾਇੰਟੀਫਿਕ ਹੈਗੇ ਆ ਜਿਹੜਾ ਬਹੁਤ ਸਾਰਾ ਕੰਮ, ਜਦੋਂ ਹੁਣ ਤੁਸੀਂ ਗੱਲ ਕਰਦੇ ਆਪਾਂ ਸਪਰਮਸ ਦੀ ਤੇ ਐਗ ਦੀ ਗੱਲ ਕਰਦੇ, ਜਿੱਦਾਂ ਕਿ ਬੱਚਾ ਪੈਦਾ ਹੁੰਦਾ ਹੈਗਾ, ਇਹ ਆਦਮੀ ਦੇ ਸਪਰਮ ਹੈਗੇ ਆ ਜਿਹੜਾ ਯਾਨੀ ਕਿ ਡਿਟਰਮਨ ਇਹ ਕਰਦਾ ਰਿਹਾ ਵੀ ਬੱਚਾ ਯਾਨੀ ਕਿ ਕੁੜੀ ਪੈਦਾ ਹੋਊਗੀ ਕਿ ਮੁੰਡਾ ਪੈਦਾ ਹੋਊਗਾ। ਜਦੋਂ ਕਿ ਦੋਸ਼ ਅਸੀਂ ਸਦਾ ਯਾਨੀ ਕਿਹੜਾ ਹੈਗਾ ਆਦਮੀ, ਅਸੀਂ ਔਰਤ ਨੂੰ ਦਿੰਦੇ ਹੈਗੇ, ਜੁੱਤੀਆਂ ਆਦਮੀ ਦੇ ਮਾਰੋ, ਯਾਨੀ ਕਿ ਆਦਮੀ ਔਰਤ ਦੇ ਕਿਉਂ ਮਾਰੋ? ਉਹ ਤਾਂ ਇੱਕ ਕਿਸਮ ਦੀ ਜ਼ਮੀਨ ਹੈ, ਉਹਦੇ ਵਿੱਚ ਜਿਹੋ ਜਿਹਾ ਤੁਸੀਂ ਯਾਨੀ ਕਿ ਬੀਜ ਪਾਉਣੇ ਹੈਗੇ ਆ, ਉਹੋ ਜਿਹਾ ਯਾਨੀ ਕਿ ਪੌਦਾ ਜਿਸ ਤਰ੍ਹਾਂ ਹੈਗਾ ਉਹ ਯਾਨੀ ਕਿ ਹੁੰਦਾ ਹੈਗਾ। ਸੋ ਇਸ ਕਰਕੇ ਜਿੰਨੇ ਵੀ, ਜੇ ਆਦਮੀ ਮਰ ਜਾਂਦਾ ਹੈਗਾ ਤਾਂ ਵੀ ਔਰਤ 'ਤੇ ਬਲੇਮ ਵੀ ਇਹਨੇ ਆਦਮੀ ਖਾ ਲਿਆ, ਜੇ ਯਾਨੀ ਕਿ ਜਿਹੜਾ ਹੈਗਾ ਆ ਮੁੰਡਾ ਨਹੀਂ ਹੁੰਦਾ ਤੇ ਤਾਂ ਵੀ ਯਾਨੀ ਕਿ ਔਰਤ 'ਤੇ ਬਲੇਮ, ਜੇ ਯਾਨੀ ਕਿ ਉਹਦੇ ਬੱਚਾ ਨਹੀਂ ਵੀ ਹੁੰਦਾ ਚਾਹੇ ਆਦਮੀ ਨਮਰਦ ਹੈਗਾ ਫਿਰ ਵੀ ਯਾਨੀ ਕਿ ਔਰਤ 'ਤੇ ਬਲੇਮ। ਯਾਨੀ ਕਿ ਸਾਰੀ ਜਿਹੜੀ ਭਵੀਰੀ ਹੈਗੀ ਆ ਘੁੰਮਦੀ ਆ ਉਹ ਸਾਰੀ ਇਸੇ ਗੱਲ 'ਤੇ ਹੈ ਵੀ ਉਹਨੂੰ ਕਿਸ ਨਾ ਕਿਸ ਤਰ੍ਹਾਂ ਅੱਛਾ ਨੇਗੇਟ ਕਰੀਏ। ਜਿੱਦਾਂ ਸਾਵਿਤਰੀ ਬਾਈ ਫੂਲੇ ਨੇ ਐਜੂਕੇਸ਼ਨ ਦੀ ਗੱਲ ਚਲਾਈ, ਹਾਂਜੀ, ਉਹਨੇ ਮਤਲਬ ਇਕੱਲੀ ਨੇ ਬਹੁਤ ਸਟਰਗਲ ਕਰਕੇ ਸਕੂਲ ਖੋਲ੍ਹੇ ਔਰ ਲੜਕੀਆਂ ਨੂੰ ਪੜ੍ਹਾਉਣ ਦਾ ਕੰਮ ਸ਼ੁਰੂ ਕੀਤਾ। ਬਿਲਕੁਲ ਠੀਕ ਹੈ। ਔਰ ਬਾਕੀ ਸਮਾਜਿਕ ਬੁਰਾਈਆਂ ਬਾਰੇ ਵੀ ਗੱਲ ਕੀਤੀ, ਲੋਕਾਂ ਨੂੰ ਟੀਚ ਕੀਤਾ। ਮੈਂ ਸਮਝਦਾ ਵੀ ਜੇ ਔਰਤਾਂ ਲੀਡ ਕਰਨ ਆਪਣੀ ਪ੍ਰੋਬਲਮ ਦੇ ਬਾਰੇ 'ਚ, ਦੇਖੋ ਇੱਕ ਮਿੰਟ ਇੱਥੇ ਤੁਹਾਨੂੰ ਮੈਂ ਰੋਕਦਾ, ਤੁਹਾਡਾ ਪੂਰਾ ਕੁਐਸਚਨ ਗੱਲ ਤਾਂ ਕਰ ਦਿਓ, ਬਾਅਦ ਕਰੋ ਗੱਲ। ਹਾਂਜੀ, ਇਹ ਮੈਨੂੰ ਪਤਾ there is a problem,
ਮੈਂ ਕਹਿੰਦਾ ਕਿ ਵੀ ਜੇ ਔਰਤ ਕਿਸੇ ਤਰ੍ਹਾਂ ਅੱਗੇ ਆ ਕੇ ਆਪਣੀ ਲੜਾਈ ਖੁਦ ਲੜ ਸਕਣ ਤੇ ਮੈਂ ਸਮਝਦਾ ਕਿ ਜ਼ਿਆਦਾ ਬੈਨੀਫਿਟ ਹੋਗਾ ਜਾਣਾ, ਕਿ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਆ ਵੀ ਜਿੰਨੇ ਵੀ ਗ੍ਰੰਥ ਹੈਗੇ ਆ ਉਹ ਮਰਦ ਨੇ ਲਿਖੇ ਆ, ਬਿਲਕੁਲ ਉਹ ਮਰਦ ਨੇ ਲਿਖੇ ਕਰਕੇ ਉਹਨੇ ਆਪਣੇ ਮਤਲਬ ਦੀ ਗੱਲ ਲਿਖੀ। ਐਬਸੋਲੂਟਲੀ। ਤੇ ਜੇ ਔਰਤ ਭਾਵੇਂ ਛੋਟੇ ਲੈਵਲ ਤੇ ਜਾਂ ਮੀਡੀਅਮ ਲੈਵਲ ਤੇ ਜਾਂ ਲਾਰਜ ਲੈਵਲ ਤੇ ਆਪਣੀ ਸਟਰਗਲ ਖੁਦ ਸ਼ੁਰੂ ਕਰਨ ਤੇ ਸਾਨੂੰ ਜੇ ਰੋਟੀਆਂ ਪਕਾਉਣ ਹਟ ਜਾਣ ਸਾਨੂੰ ਸੌਖਾ ਦੇਣੀ ਹੈ। ਇਦਾਂ ਨਹੀਂ ਹੈ, ਇਦਾਂ ਨਹੀਂ ਹੈ। ਜਿਹੜੀ ਪਾਵਰ ਹੈ ਨਾ, ਜਿਹੜੀ ਪਾਵਰ ਦੀ ਗੱਲ ਹੈ, ਜਿਹੜਾ ਡੋਮੈਸਟਿਕ ਵਾਇਲੈਂਸ ਵੀ ਹੈ, ਯਾਨੀ ਕਿ ਇਟਸ ਪਾਵਰ ਕੰਟਰੋਲ ਟੂ ਕੰਟਰੋਲ ਦਾ ਪਰਸਨ ਐਂਡ ਹੂ ਇਜ਼ ਐਕਸਰਸਾਈਜ਼ਿੰਗ ਦਾ ਪਾਵਰ ਜਿਹੜੀ ਹੈਗੀ ਆ ਉਹ ਆਦਮੀ ਕੋਲ ਹੈ। ਜੇ ਯਾਨੀ ਕਿ ਜਿਹੜੀ ਘਰ ਵਿੱਚ ਵੀ ਹੈ, ਔਰਤ ਦਾ ਵਿਚਾਰੀ ਦਾ ਘਰ ਹੀ ਨਹੀਂ ਬਣਦਾ। ਪਹਿਲਾਂ ਯਾਨੀ ਕਿ ਉਹਨੂੰ ਕਹਿੰਦੇ ਆ ਇਹ ਯਾਨੀ ਕਿ ਜਿਹੜੀ ਹੈਗੀ ਹੈ ਫਲਾਣੇ ਦੀ ਧੀ ਹੈ, ਜਦੋਂ ਯਾਨੀ ਕਿ ਵਿਆਹ ਹੋ ਜਾਂਦੀ ਹੈ ਉਦੋਂ ਬਾਅਦ ਕਹਿੰਦੇ ਇਹ ਫਲਾਣੇ ਦੀ ਪਤਨੀ ਹੈ। ਮੇਰਾ ਮਤਲਬ ਉਹਦਾ ਘਰ ਹੀ ਨਹੀਂ ਕੋਈ ਬਣਦਾ ਹੈਗਾ, ਉਹਦੀ ਯਾਨੀ ਕਿ ਥਾਂ ਹੀ ਕਿਤੇ ਨਹੀਂ ਹੈ। ਜਦ ਤੁਸੀਂ ਉਹਨੂੰ ਪਾਵਰ ਹੀ ਨਹੀਂ ਦਿੰਦੇ ਹੈਗੇ, ਇਹ 'ਚ ਕੋਈ ਸ਼ੱਕ ਨਹੀਂ ਹੈਗੀ ਲੈ ਵੀ ਔਰਤਾਂ ਨੇ ਸਟਰਗਲ ਕੀਤੀ ਹੈਗੀ, ਔਰਤਾਂ ਨੂੰ ਸਟਰਗਲ ਕਰਨੀ ਚਾਹੀਦੀ ਆ। ਇਹ ਪ੍ਰੋਬਲਮ ਜਿਹੜੀ ਆ, ਜਿਹੜਾ ਇਕੁਅਲ ਰਾਈਟਸ ਨਹੀਂ ਦਿੰਦੇ, ਇਹ ਆਦਮੀਆਂ ਦੀ ਪ੍ਰੋਬਲਮ ਹੈ। ਨਹੀਂ, ਦੇ ਆਰ ਦੀ ਪਰਪੇਟਰੇਟਰਸ। ਬਿਲਕੁਲ ਆਦਮੀਆਂ ਦੀ ਪ੍ਰੋਬਲਮ ਹੈਗੀ ਆ, ਪਰ ਮੈਂ ਇਹ ਕਹਿੰਦਾ ਕਿ ਜਦ ਆਦਮੀ ਸਮਝਦਾ ਕਿ ਮੈਂ ਵੱਡਾ ਵੀ ਮੈਂ ਔਰਤ ਨੂੰ ਕੰਟਰੋਲ ਕਰਦਾ, ਚਾਹੇ ਉਹ ਧੀ ਹੋਵੇ, ਚਾਹੇ ਵਾਈਫ ਹੋਵੇ, ਚਾਹੇ ਭੈਣ ਹੋਵੇ, ਠੀਕ ਆ, ਰਾਈਟ। ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਔਰਤ ਨਾਲ ਬੇਇਨਸਾਫੀ ਹੋ ਰਹੀ ਆ, ਪਰ ਮੈਂ ਇਹ ਕਹਿੰਦਾ ਕਿ ਵੀ ਜਦੋਂ ਮਰਦ ਹੀ ਬੇਇਨਸਾਫੀ ਕਰਨ ਵਾਲਾ, ਫਿਰ ਉਹ ਫਾਈਟ ਕਿਦਾਂ ਕਰੂਗਾ? ਫਾਈਟ ਵਾਲੀ ਤੁਸੀਂ ਮੈਨੂੰ ਇੱਕ ਨੇੜੇ ਆਪਾਂ ਗੱਲ ਕਰਦੇ, ਮੈਂ ਇਹ ਸੋਚਦਾ ਹਾਂ। ਨਹੀਂ ਦੇਖੋ, ਮੈਂ ਤੇ ਕਾਫੀ ਕੰਮ ਕੀਤਾ ਤਾਂ ਜਿਨ ਕਿ ਮੈਂ ਆਪਣੇ ਤੁਹਾਡੇ ਨਾਲ ਆਪਾਂ ਕਿਉਂਕਿ ਸਾਂਝੀਆਂ ਵਿਚਾਰ ਆਪਾਂ ਕਰ ਰਹੇ ਹਾਂ। ਹਾਂਜੀ, ਅੱਛਾ, ਮੈਨੂੰ ਚੇਤਾ ਭੁੱਲਣ ਬਾਅਦ ਮੈਂ ਕਰ ਹਾਂਜੀ, ਮੇਰਾ ਇੱਕ ਦੋਸਤ ਸੀਗਾ, ਸਪੈਸ਼ਲੀ ਅਨਾਊਂਸਮੈਂਟ ਕਰਨਾ ਚਾਹੁੰਦਾ। ਮੇਰਾ ਇੱਕ ਦੋਸਤ ਸੀਗਾ, ਉਹਨੇ ਕਾਂਸ਼ੀ ਟੀਵੀ ਨੂੰ 60 ਪਾਉਂਡ ਦਾਨ ਕੀਤੇ, ਗੁਪਤ ਦਾਨ ਮੈਨੂੰ ਕਹਿੰਦੇ ਸੀ ਕਰਿਓ, ਤੇ ਮੈਂ ਉਹ ਦੇਤੇ। ਉਹ ਮੇਰੇ ਸੱਜਣ ਟੈਲੀਵਿਜ਼ਨ ਦੇਖਦੇ ਆ, ਤੇ ਮੈਂ ਉਹਨਾਂ ਦੇ ਬਿਹਾਫ 'ਤੇ ਗੁਪਤ ਦਾਨ ਦੇ ਦਿੱਤਾ, ਤੇ ਮੈਂ ਉਹਨਾਂ ਦਾ ਕਾਂਸ਼ੀ ਟੀਵੀ ਦੇ ਬਿਹਾਫ 'ਤੇ ਬਹੁਤ ਬਹੁਤ ਥੈਂਕ ਯੂ ਕਰਦਾ। ਹਾਂਜੀ, ਕੋਲ ਆਈਏ। ਹੈਲੋ ਜੀ, ਕੌਣ ਤੇ ਕਿੱਥੋਂ ਬੋਲਦੇ? ਸਵਾਗਤ ਹੈ ਤੁਹਾਡਾ। ਸੌਰੀ ਮਹੇਸ਼ ਸਾਹਿਬ, ਮੈਂ ਦੁਬਾਰਾ ਫਿਰ ਆ ਰਿਹਾ। ਸਵਾਗਤ ਹੈ ਜੀ। ਤੁਸੀਂ ਕੁਐਸਚਨ ਜਿਹੜਾ ਬਹੁਤ ਹੀ ਅਹਿਮ ਕੀਤਾ ਹੈਗਾ ਕਿ ਔਰਤਾਂ ਅੱਗੇ ਕਿਉਂ ਨਹੀਂ ਆਉਂਦੀਆਂ। ਹਾਂਜੀ, ਔਰਤਾਂ ਅੱਗੇ ਆਉਂਦੀਆਂ, ਪੁਰਜ਼ੋਰ ਤਰੀਕੇ ਨਾਲ ਆਉਂਦੀਆਂ। ਮੈਂ ਤੁਹਾਨੂੰ ਇੱਕ ਮਿਸਾਲ ਦੇਣੀ ਚਾਹੁੰਦਾ। ਠੀਕ। ਇੱਕ ਬੰਬੇ ਦੇ ਵਿੱਚ ਸ਼੍ਰੀਵਾਸਤਵ ਲੜਕੀ ਆ ਜੀ, ਉਹਨੇ ਇੱਕ ਕਿਤਾਬ ਲਿਖੀ ਹੈ, ਮੁਝੇ ਜਨਮ ਦੋ ਮਾਂ, ਹਿੰਦੀ ਦੇ ਵਿੱਚ ਹੈ। 25 ਚੈਪਟਰ ਆ ਉਹਦੇ, ਔਰ 25 ਚੈਪਟਰਾਂ ਦੇ ਵਿੱਚ ਉਹਨੇ ਔਰਤ ਦੀ ਵਕਾਲਤ ਕੀਤੀ ਹੈ ਕਿਸੇ ਢੰਗ ਦੇ ਨਾਲ, ਉਹਨਾਂ ਦੀਆਂ ਬੇਇਨਸਾਫੀਆਂ ਦੇ ਬਰਖਲਾਫ ਬੋਲਿਆ। ਮੇਰੇ ਕਹਿੰਦਾ ਮਤਲਬ ਪ੍ਰੋਬਲਮ ਉਹਨਾਂ 'ਚ ਨਹੀਂ ਹੈ, ਪ੍ਰੋਬਲਮ ਆਦਮੀਆਂ 'ਚ ਜਿਹੜੇ ਉਹਨੂੰ ਅੱਗੇ ਆਉਣ ਤੋਂ ਰੋਕਦੇ ਆ। ਧੰਨਵਾਦ। ਮੈਂ ਤੁਹਾਨੂੰ ਬਿਲਕੁਲ ਸਹਿਮਤ ਹਾਂ, ਪਰ ਮੈਂ ਇੱਕ ਆਰਗੂਮੈਂਟ ਦੂਜਾ ਪੱਖ ਲੈ ਕੇ ਤੁਹਾਨੂੰ ਮੈਂ ਗੱਲ ਮੰਨਦਾ। ਮੈਂ ਉਹੀ ਗੱਲ ਕਰਨ ਲੱਗਾ ਜੀ। ਇਹ ਆਪਣੇ ਚੱਡਾ ਸਾਹਿਬ ਨੇ ਗੱਲ ਯਾਨੀ ਕਿ ਸੀਗੀ, ਆਪਣੀ ਮਿੱਡਾ ਸਾਹਿਬ ਨੇ ਗੱਲ ਪੂਰੀ ਕਰਤੀ ਹੈਗੀ ਆ। ਘਰ ਵਿੱਚੋਂ ਜਿਹੜੀਆਂ ਪ੍ਰੋਗਰੈਸਿਵ ਆਰਗੇਨਾਈਜੇਸ਼ਨਸ ਹੈਗੀਆਂ, ਮੈਂ ਨਾਂ ਨਹੀਂ ਲੈਣਾ ਹੈਗਾ, ਤੁਸੀਂ ਵੀ ਉਹਨਾਂ ਵਿੱਚ ਇਨਵੋਲਵ ਹੈਗੇ ਆ, ਮੈਂ ਵੀ ਇਨਵੋਲਵ ਹੈਗਾ। ਉਹਨਾਂ ਵਿੱਚ ਲੜਕੀ ਕਹਿੰਦੀ ਲਈ ਮੈਂ ਉਹਦੀ ਮੈਂਬਰ ਬਣਨੀ ਚਾਹੁੰਦੇ ਹਾਂ, ਨਹੀਂ ਤੂੰ ਨਹੀਂ ਜਾਣਾ ਹੈ। ਵਾਈਫ ਕਹਿੰਦੀ ਉਹਦਾ ਮੈਂਬਰ ਬਣਨੀ ਚਾਹੁੰਦੇ। ਕਿੰਨੀਆਂ ਔਰਤਾਂ ਹੈਗੀਆਂ ਮੈਂਬਰਸ ਉਹਦੀਆਂ, ਕੌਣ ਕੰਟਰੋਲ ਕਰ ਰਿਹਾ ਹੈਗਾ? ਇਹ ਜਾਣੀ ਕਿ ਇੱਕ ਸਿੰਪਲੀ ਐਗਜ਼ਾਮਪਲ ਦੇਣਾ, ਜਾਣੀ ਕਿ ਜੇ ਉਹਨਾਂ ਨੇ ਆਪਣਾ ਵਿੰਗ ਵੀ ਬਣਾਉਣਾ ਹੈਗਾ, ਉਹਦੇ ਵਿੱਚ ਜਿਹੜੀ ਕੰਟਰੋਲਿੰਗ ਦੀ ਜਿਹੜਾ ਸਾਰਾ ਮੈਕੈਨਿਜ਼ਮ ਹੈਗਾ ਉਹ ਆਦਮੀ ਦੇ ਹੱਥ ਵਿੱਚ ਹੈਗਾ। ਸੋ ਇਸ ਕਰਕੇ ਇਹ 'ਚ ਕੋਈ ਸ਼ੱਕ ਨਹੀਂ ਹੈਗਾ ਵੀ ਉਹਨਾਂ ਨੂੰ ਜਿਹੜਾ ਹੈਗਾ ਸੰਘਰਸ਼ ਕਰਨਾ ਚਾਹੀਦਾ, ਉਹਨਾਂ ਨੂੰ ਵੀ ਚਾਹੀਦਾ, ਪਰ ਇਹ ਸਮੱਸਿਆ ਆਦਮੀਆਂ ਦੀ ਹੈ। ਅਸੀਂ ਆਪਣੇ ਆਪ ਨੂੰ ਸਾਨੂੰ ਘੋਖਣ ਦੀ ਜ਼ਰੂਰਤ ਹੈਗੀ। ਕੋਈ ਆਪਣੇ ਆਪ ਕਿਉਂ ਵਿਦਰੋਹ ਕਰੂਗਾ ਵੀ ਚਲੋ ਵੀ ਅੱਜ ਤੋਂ ਬਾਅਦ ਮੈਂ ਆਪਣੀ ਵਾਈਫ ਨੂੰ ਕੁਛ ਨਹੀਂ ਕਹਿੰਦਾ? ਨਹੀਂ, ਜਿਹੜੀ ਮੈਂ ਗੱਲ ਇਹ ਕਰ ਰਿਹਾ ਹੈਗਾ ਵੀ ਇਹ ਸਾਡਾ ਫਰਜ਼ ਹੈਗਾ। ਦ ਵੇ ਜਿਸ ਤਰ੍ਹਾਂ ਮੈਂ ਅੱਗੇ ਵੀ ਬਹੁਤ ਵਾਰੀ ਗੱਲ ਕੀਤੀ, ਫਿਊਚਰ ਵਿੱਚ ਵੀ ਮੇਰਾ ਇਹ ਆਪਣਾ ਅਕੀਦਾ ਹੈ। ਘਰ ਸਭ ਤੋਂ ਵੱਡੀ ਇੰਸਟੀਟਿਊਸ਼ਨ ਹੈ, ਜਿਸ ਤਰ੍ਹਾਂ ਗਗਨ ਨੇ ਵੀ ਜਾਣੀ ਕਿ ਪੁਆਇੰਟ ਆਊਟ ਕੀਤਾ ਸੀਗਾ। ਘਰ ਵਿੱਚ ਜਿਹੜਾ ਹੈਗਾ ਅਸੀਂ ਟਰੀਟ ਕਿੱਦਾਂ, ਜੇ ਜਾਣੀ ਕਿ ਅਸੀਂ ਇਹੀ ਲਾਇਆ ਵੀ ਕੁੜੀ ਦਾ ਕੰਮ ਜਾਣੀ ਕਿਹੜਾ ਹੈਗਾ, ਘਰ ਦੀ ਸਫਾਈ ਵੀ ਸਾਰੀ ਕਰਨੀ ਹੈ ਉਹਨੇ, ਜਿਹੜੀ ਕੁਕਿੰਗ ਵੀ ਕੁੜੀ ਨੇ ਕਰਨੀ ਹੈ, ਵੀ ਜਾਣੀ ਕਿ ਜਿੰਨਾ ਵੀ ਇਹ ਕੇਅਰਿੰਗ ਦਾ ਕੰਮ ਹੈਗਾ, ਜੇ ਬੁੜਾ ਕੱਲ੍ਹ ਨੂੰ ਬਿਮਾਰ ਹੋ ਗਿਆ ਤਾਂ ਉਹਨੇ ਲੁੱਕ ਆਫਟਰ ਕਰਨੀ ਆ। ਅਤੇ ਛਿੰਦਾ ਪੁੱਤ ਕੀ ਕਰਦਾ? ਹੈਲੋ ਜੀ, ਸਵਾਗਤ ਹੈ। ਕੌਣ ਤੋਂ ਕਿੱਥੋਂ ਬੋਲਦੇ? ਵੈਲਕਮ ਤੁਹਾਡਾ ਜੀ। ਹੈਲੋ, ਜੈ ਗੁਰਦੇਵ। ਜੈ ਗੁਰਦੇਵ ਜੀ, ਕੌਣ ਤੋਂ ਕਿੱਥੋਂ ਬੋਲ ਰਹੇ ਜੀ? ਮੈਂ ਭਾਜੀ ਕਵੈਂਟਰੀ ਤੋਂ ਬੋਲ ਰਹੀ ਹਾਂ, ਸਤਿਆ ਚੰਦਰ। ਹਾਂਜੀ, ਸਤਿਆ ਜੀ। ਹਾਂਜੀ ਭਾਜੀ, ਤੁਹਾਡੀਆਂ ਅੱਜ ਦੀਆਂ ਗੱਲਾਂ ਜਿਹੜੀਆਂ ਨਾ, ਬਹੁਤ ਤੁਹਾਡਾ ਪ੍ਰੋਗਰਾਮ ਨਾਈਸ ਹੁੰਦਾ ਆ, ਤੇ ਮੈਂ ਇਹਦੇ ਵਿੱਚ ਕੋਈ ਹਿੱਸਾ ਲੈਣਾ ਚਾਹੁੰਦੀ ਹਾਂ, ਗੱਲ ਕਰਨੀ ਚਾਹੁੰਦੀ ਹਾਂ। ਸਵਾਗਤ ਹੈ ਤੁਹਾਡਾ, ਬਹੁਤ ਕਰੋ। ਤੇ ਮੈਂ ਕਵਿਤਾ ਲਿਖਦੀ ਹਾਂ, ਪਰ ਹੁਣ ਮੈਂ ਜਿਹੜੇ ਤੁਸੀਂ ਗੱਲ ਕੀਤੀ ਸੀ ਪਹਿਲਾਂ ਤਾਂ ਵਿਲ ਦੀ ਕੀਤੀ ਸੀ, ਉਹਦੇ ਤੋਂ 2 ਲਾਈਨਾਂ ਤੋਂ ਮੈਂ ਦੱਸਣਾ ਕੁਛ ਨਹੀਂ, ਮੇਰੀਆਂ ਕਵਿਤਾ ਹੀ ਦੱਸਣਗੀਆਂ। ਤੇ 2 ਲਾਈਨਾਂ ਉਹਦੇ ਤੇ ਮੈਂ ਲਿਖੀਆਂ ਸੀ
ਉਹ ਠਹਿਰੋ ਲਾਈਨਾਂ ਮੈਂ ਦੋ ਤੁਸੀਂ ਨਾ ਇਦਾਂ ਕਰੋ, ਤੁਸੀਂ ਕਵਿਤਾ ਹੀ ਬੋਲ ਦਿਓ। ਨਹੀਂ ਉਹਦੇ ਵਿੱਚ ਸਿਰਫ ਇੰਨੀ ਲਾਈਨ ਆਈ ਸੀ ਕਿ ਮੈਂ ਕੋਈ ਨਹੀਂ ਤੇਰੀ ਤੂੰ ਦੱਸ ਦਿੱਤਾ, ਆਪਣੇ ਡੈਡੀ ਦੇ ਮਤਲਬ ਫਾਦਰ ਤੇ ਲਿਖੀ ਸੀ, ਮੈਂ ਕੋਈ ਨਹੀਂ ਤੇਰੀ ਤੂੰ ਇਹ ਦੱਸ ਦਿੱਤਾ, ਇਹ ਭੇਦ ਖੁੱਲਿਆ ਜਦ ਤੂੰ ਮਰਿਆ। ਸਮਝ ਲੱਗ ਗਈ? ਬਿਲਕੁਲ ਬਿਲਕੁਲ। ਇਹ ਗੱਲ ਇਹ ਸੀਗੀ, ਹੁਣ ਮੈਂ ਕਵਿਤਾ ਤੁਹਾਨੂੰ ਲੱਗੀ ਦੱਸਣ, ਇਹ ਮੈਂ 2003 ਦੇ ਵਿੱਚ ਲਿਖੀ ਸੀ। ਠੀਕ। ਇਹ ਔਰਤ ਤੂੰ ਕਿਉਂ ਤੇ ਕਿਸ ਲਈ ਪੈਦਾ ਹੋਈ, ਇਹ ਔਰਤ ਤੂੰ ਕਿਉਂ ਤੇ ਕਿਸ ਲਈ ਪੈਦਾ ਹੋਈ, ਤੇਰੀ ਕਦਰ ਕਦੇ ਨਾ ਜਾਣੇ ਕੋਈ, ਤੇਥੋਂ ਹਰ ਕੋਈ ਵਫਾ ਦੀ ਆਸ ਕਰੇ, ਪਰ ਵਫਾ ਤੇਰੇ ਨਾਲ ਕੌਣ ਕਰੇ। ਤੂੰ ਬਣ ਕੇ ਬੱਤੀ ਬਲਦੀ ਏ, ਤੂੰ ਬਣ ਕੇ ਬੱਤੀ ਬਲਦੀ ਏ, ਉਹਨਾਂ ਨੂੰ ਚਾਨਣ ਵੰਡਦੀ ਏ, ਤੇਰੇ ਹਿੱਸੇ ਵਿੱਚ ਹਨੇਰੇ ਨੇ, ਤੇਰੇ ਹਿੱਸੇ ਵਿੱਚ ਹਨੇਰੇ ਨੇ, ਦੁਨੀਆ ਦੇ ਗਮ ਵੀ ਤੇਰੇ ਨੇ। ਕਦੇ ਧੀ ਬਣ ਕੇ ਚੁੱਪ ਰਹਿ ਜਾਂਦੀ, ਕਦੇ ਧੀ ਬਣ ਕੇ ਚੁੱਪ ਰਹਿ ਜਾਂਦੀ, ਕਦੇ ਮਾਂ ਬਣ ਕੇ ਦੁੱਖ ਸਹਿ ਜਾਂਦੀ। ਤੈਨੂੰ ਹਰ ਰਿਸ਼ਤੇ ਨੇ ਹਾਰ ਦਿੱਤੀ, ਤੈਨੂੰ ਹਰ ਰਿਸ਼ਤੇ ਨੇ ਹਾਰ ਦਿੱਤੀ, ਕਦੀ ਜੀਂਦੇ ਜੀ ਤੂੰ ਸਾੜ ਦਿੱਤੀ। ਜਦ ਇਸ ਦੁਨੀਆ ਤੋਂ ਤੂੰ ਤੁਰ ਜਾਵੇਂ, ਜਦ ਇਸ ਦੁਨੀਆ ਤੋਂ ਤੂੰ ਤੁਰ ਜਾਵੇਂ, ਅਗਲੇ ਪਲ ਕੋਈ ਹੋਰ ਆ ਜਾਵੇ, ਫਿਰ ਵੀ ਤੂੰ ਮਜਬੂਰ ਬੜੀ ਏ, ਫਿਰ ਵੀ ਤੂੰ ਮਜਬੂਰ ਬੜੀ ਏ, ਵਿੱਚ ਚੁਰਾਹੇ ਅੱਜ ਖੜੀ ਏ। ਇਹ ਔਰਤ ਤੂੰ ਕਿਉਂ ਤੇ ਕਿਸ ਲਈ ਪੈਦਾ ਹੋਈ, ਤੇਰੀ ਕਦਰ ਕਦੇ ਨਾ ਜਾਣੇ ਕੋਈ, ਤੇਥੋਂ ਹਰ ਕੋਈ ਵਫਾ ਦੀ ਆਸ ਕਰੇ, ਪਰ ਵਫਾ ਤੇਰੇ ਨਾਲ ਕੌਣ ਕਰੇ। ਭਾਜੀ ਤੁਹਾਡਾ ਪ੍ਰੋਗਰਾਮ ਬਹੁਤ ਨਾਈਸ ਹੁੰਦਾ, ਮੇਰਾ ਬਹੁਤ ਵਾਰੀ ਮਨ ਕੀਤਾ ਕਿ ਮੈਂ ਹਿੱਸਾ ਲਵਾਂ ਤੁਹਾਡੇ ਪ੍ਰੋਗਰਾਮ 'ਚ। ਮੈਂ ਚਾਹੁੰਦੀ ਹਾਂ ਕਿ ਔਰਤ ਦੀ ਆਵਾਜ਼ ਜਿਹੜੀ ਆ ਨਾ ਉਹ ਬਾਹਰ ਆਵੇ। ਮਰਦ ਨੇ ਨਹੀਂ, ਭਾਜੀ ਕਹਿੰਦੇ ਸੀ ਕਿ ਕੌਣ ਲੜਾਈ ਲੜੂ, ਇਹ ਮਰਦ ਨੇ ਔਰਤ ਲਈ ਲੜਾਈ ਨਹੀਂ ਲੜਨੀ, ਇਹ ਔਰਤ ਨੇ ਹੀ ਲੜਨੀ ਆ। ਬਿਲਕੁਲ ਠੀਕ ਹੈ। ਥੈਂਕ ਯੂ ਭਾਜੀ ਟਾਈਮ ਦੇਣ ਲਈ, ਤੁਹਾਡਾ ਬਹੁਤ ਥੈਂਕ ਯੂ। ਤੁਸੀਂ ਜ਼ਰੂਰ ਆਇਆ ਕਰੋ ਸਾਡੇ ਪ੍ਰੋਗਰਾਮ ਵਿੱਚ, ਕਿਉਂਕਿ ਤੁਹਾਡੇ ਵਰਗੇ ਵਧੀਆ ਸੋਚਣ ਵਾਲੇ ਆਉਣਗੇ ਤਾਂ ਲੋਕਾਂ ਵਿੱਚ ਜਿਹੜੀ ਜਾਗਰਤੀ ਪਹੁੰਚਦੀ ਆ, ਬਹੁਤ ਜ਼ਰੂਰੀ ਹੈ। ਤੁਸੀਂ ਕਵਿਤਾ ਬਹੁਤ ਵਧੀਆ ਲਿਖੀ, ਮੈਂ ਅਪਰੀਸ਼ੀਏਟ ਕਰਦਾ ਤੁਹਾਡੀ ਕਵਿਤਾ ਨੂੰ, ਵੈਰੀ ਵੈਲ ਡਨ। ਤੇ ਹੁਣ ਆਪਾਂ ਦੋ ਗੱਲਾਂ ਕਰ ਲਈਏ। ਬਿਲਕੁਲ ਬਿਲਕੁਲ, ਟਾਈਮ ਵੀ ਥੋੜਾ ਰਹਿੰਦਾ। ਹਾਂਜੀ, ਜਿਹੜਾ ਸੀਗਾ ਅੱਜ ਦਾ ਇਸ਼ੂ, ਉੱਤੇ ਬਹੁਤ ਸਾਰੀਆਂ ਵਿਚਾਰਾਂ ਹੋ ਗਈਆਂ, ਪਰ ਇਹ ਗੱਲ ਇੱਥੇ ਆ ਕੇ ਮੁੱਕਦੀ ਆ ਕਿ ਸਾਨੂੰ ਸਾਰਿਆਂ ਨੂੰ ਰਲ ਕੇ ਇੱਧਰ ਨੂੰ ਝੁਕਾ ਆਪਣੀ ਸੋਚ ਦਾ ਕਰਨਾ ਚਾਹੀਦਾ ਕਿ ਵੀ ਕਿਸੇ ਨਾਲ ਅਸੀਂ ਬੇਇਨਸਾਫੀ ਨਾ ਕਰੀਏ, ਆਪਣੀਆਂ ਬੱਚੀਆਂ ਨੂੰ ਸਹੀ ਗਾਈਡੈਂਸ ਦਈਏ, ਉਹਨਾਂ ਨੂੰ ਸਹੀ ਦਿਸ਼ਾ ਵੱਲ ਨੂੰ ਆਪਾਂ ਸਲਾਹ ਦਈਏ, ਤੇ ਘਰ ਵਿੱਚ ਜਿਹੜੀ ਬੇਇਤਫਾਕੀ ਆ ਉਹ ਵੀ ਦੂਰ ਹੋ ਜਾਊਗੀ, ਔਰ ਸਾਡੇ ਪਰਿਵਾਰ ਬਲਕਿ ਸਾਰੀ ਦੁਨੀਆ ਬਦਲ ਜਾਊਗੀ। ਕਿਸੇ ਨੂੰ ਆਪਾਂ ਕਮਜ਼ੋਰ ਨਾ ਸਮਝੀਏ, ਸਾਰਿਆਂ ਨੂੰ ਉਹਨਾਂ ਦੇ ਜਿਹੜੇ ਬਣਦਾ ਅਧਿਕਾਰ ਦਈਏ, ਐਟਲੀਸਟ ਫਰੀ ਜਿਹੜੀ ਸੋਚਣ ਦੀ ਸ਼ਕਤੀ ਉਹਨਾਂ ਨੂੰ ਪ੍ਰਦਾਨ ਕਰੀਏ, ਤਾਂ ਆਪਾਂ ਸਾਰੇ ਫਿਰ ਸਹੀ ਆ। ਹੁਣ ਆਪਾਂ ਕੋਲ ਰਹਿ ਗਏ ਤਕਰੀਬਨ 2-2.5 ਮਿੰਟ, ਆਪਾਂ ਇਹਦੇ ਵਿੱਚ ਇੱਕ ਮਾਵਾਂ ਦੀ ਗੱਲ ਕਰ ਲਈਏ, ਕਿਉਂਕਿ ਸੰਡੇ ਨੂੰ ਮਦਰਸ ਡੇ ਆ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ? ਮਦਰਸ ਡੇ ਵੀ ਦੇਖੋ ਇਹ ਨਾਲ ਕਨੈਕਟਡ ਹੈਗਾ। ਬਿਲਕੁਲ। ਜਿਹੜੀ ਮੈਂ ਪਹਿਲਾਂ ਸੀ ਗੱਲ ਕੀਤੀ, ਜਿਹੜੀ ਅੱਜ ਬੱਚੀ ਜੰਮਦੀ ਹੈ, ਉਹਨੇ ਕੱਲ੍ਹ ਨੂੰ ਕਿਸੇ ਦੀ ਮਾਂ ਵੀ ਬਣਨਾ, ਕਿਸੇ ਦੀ ਪਤਨੀ ਹੈ, ਕਿਸੇ ਦੀ ਭੈਣ ਹੈ, ਇਹ ਸਾਰਾ ਇੰਟਰਕਨੈਕਟਡ ਹੈ। ਇਹ ਵੀ ਮਦਰਸ ਡੇ 'ਤੇ ਵੀ ਯਾਨੀ ਕਿ ਇਹ ਗੱਲ ਹੋਣੀ ਚਾਹੀਦੀ ਆ ਵੀ ਅਸੀਂ ਮਾਂ ਦੀ ਤਾਂ ਇੱਜ਼ਤ ਕਰਦੇ ਹੈਗੇ ਹਾਂ, ਪਰ ਉਹੀ ਗੱਲ ਜਿਹੜੀ ਹੈਗੀ ਭੈਣ 'ਤੇ ਵੀ ਅਪਲਾਈ ਹੁੰਦੀ ਹੈਗੀ, ਅਤੇ ਉਹੀ ਗੱਲ ਵਾਈਫ 'ਤੇ ਵੀ ਅਪਲਾਈ ਹੁੰਦੀ ਹੈ। ਜਿੰਨੀ ਦੇਰ ਜਿਹੜਾ ਹੈਗਾ ਅਸੀਂ ਆਪਣੀ ਸਾਈਕੀ ਨੂੰ ਨਹੀਂ ਚੇਂਜ ਕਰਦੇ, ਘਰ ਦੇ ਵਿੱਚ ਜਿਹੜਾ ਹੈਗਾ ਜਦੋਂ ਅਸੀਂ ਨਹੀਂ ਦੇਖਦੇ ਹੈਗੇ ਵੀ ਡਿਸਕ੍ਰਿਮੀਨੇਸ਼ਨ ਅਸੀਂ ਕਿੱਦਾਂ ਕਰ ਰਹੇ ਹੈਗੇ ਹਾਂ, ਜਦੋਂ ਕਿ ਸਾਰੇ ਜਿਹੜੇ ਕੰਮ ਹੈਗੇ ਹੁਣ ਜਿਹੜੇ ਪੜ੍ਹੇ ਲਿਖੇ ਬੱਚੇ ਉਹਨਾਂ ਨੂੰ ਮੈਂ ਜਾਣਦਾ ਹੈਗਾ, ਬੜੀਆਂ ਟੌਪ ਦੀਆਂ ਜੋਬਾਂ ਹੈਗੀਆਂ, ਕੋਈ ਡਾਕਟਰ ਹੈ, ਕੋਈ ਯਾਨੀ ਕਿ ਫਾਰਮਾਸਿਸਟ ਹੈ, ਕੋਈ ਲੈਕਚਰਰ ਹੈਗਾ, ਉਹ ਯਾਨੀ ਕਿ ਜਿਹੜੇ ਬੱਚੇ ਹੈਗੇ ਆ ਉਹਨਾਂ 'ਤੇ ਮੈਨੂੰ ਬਹੁਤ ਸਾਰੀ ਉਮੀਦ ਹੈ, ਆਪਣੀਆਂ ਬੱਚੀਆਂ ਦੀ ਬਹੁਤ ਸਾਰੀ ਉਮੀਦ ਹੈ, ਖਾਸ ਕਰਕੇ ਆਪਣੇ ਏਸ਼ੀਅਨ ਕੰਟੈਕਸ ਦੇ ਵਿੱਚ ਵੱਧ ਤੋਂ ਵੱਧ ਬੱਚੀਆਂ ਨੂੰ ਪੜ੍ਹਾਓ, ਵੱਧ ਤੋਂ ਵੱਧ ਜਿੰਨਾ ਵੀ ਯਾਨੀ ਕਿ ਬੱਚੀ ਪੜ੍ਹੂਗੀ, ਕਿਉਂਕਿ ਸਭ ਤੋਂ ਜਿਹੜੀ ਪਹਿਲੀ ਮਾਂ ਦੀ ਤੁਸੀਂ ਗੱਲ ਕੀਤੀ ਹੈ, ਸਭ ਤੋਂ ਵੱਡਾ ਗੁਰੂ ਮਾਂ ਹੈ। ਜੇ ਮਾਂ ਹੀ ਅਨਪੜ੍ਹ ਹੈਗੀ ਆ ਤੇ ਉਹਨੇ ਗਾਂ ਨਿਆਣਿਆਂ ਨੂੰ ਕਿੰਨੀ ਸਿੱਖਿਆ ਦੇਣੀ। ਥੈਂਕ ਯੂ ਵੈਰੀ ਮੱਚ ਡਾਕਟਰ ਸਾਹਿਬ, ਤੁਹਾਡਾ ਥੈਂਕ ਯੂ, ਔਰ ਆਪਾਂ ਸਾਰੇ ਕੋਰਨਰ ਦਾ ਵੀ ਥੈਂਕ ਯੂ ਕਰਦੇ ਹਾਂ। ਅਸੀਂ ਸਾਰੇ ਪ੍ਰੋਗਰਾਮ 'ਚ ਇਹ ਗੱਲ ਕੀਤੀ ਆ ਕਿ ਬਈ ਔਰਤ ਜ਼ਾਤ ਦੀ ਕਦਰ ਕਰਨੀ ਚਾਹੀਦੀ ਹੈ। ਐਤਵਾਰ ਨੂੰ ਮਦਰਸ ਡੇ ਆ, ਸਾਰੇ ਬੱਚੇ ਮਾਵਾਂ ਲਈ ਪਿਆਰੇ ਹੁੰਦੇ ਆ। ਐਕਚੁਅਲੀ ਐਤਵਾਰ ਨੂੰ ਪਤਾ ਲੱਗਣਾ ਜੇ ਜਿਹੜਾ ਬੱਚਾ ਆਪਣੀ ਮੰਮੀ ਨੂੰ ਫੋਨ ਕਰਕੇ ਜਾਂ ਹੁਣ ਮਿਲ ਤਾਂ ਨਹੀਂ ਦੱਸ ਸਕੇ, ਇਹ ਕਹਿਣਾ ਮਮ ਆਈ ਲਵ ਯੂ, ਮਮ ਆਈ ਰਿਸਪੈਕਟ ਯੂ,
ਇਹਦੇ ਨਾਲ ਇਨਸਾਨ ਦੀ ਜ਼ਿੰਦਗੀ 'ਤੇ ਬਹੁਤ ਵੱਡਾ ਅਸਰ ਪੈਂਦਾ। ਆਪਣੀ ਮਦਰ ਨੂੰ ਆਪਣੇ ਪਸੰਦ ਦੀ ਕੋਟੀ ਲੈ ਦੇਣੀ ਬਹੁਤ ਇੰਪੋਰਟੈਂਟ ਨਹੀਂ, ਵੀ ਆਪਣੀ ਮਾਂ ਨੂੰ ਆਪਣੀ ਮਾਂ ਦੇ ਪਸੰਦ ਦਾ ਰੁਮਾਲ ਲੈ ਦੇਣਾ ਬਹੁਤ ਵੈਲਿਊ ਰੱਖਦਾ ਹੈ। ਅਤੇ ਆਪਣੀ ਮਾਂ ਨੂੰ ਪਿਆਰ ਕਰੋ, ਔਰ ਪਿਆਰ ਜਦੋਂ ਤੁਸੀਂ ਆਪਣੀ ਮਾਂ ਨੂੰ ਇਹ ਕਹਿੰਦੇ ਆ ਕਿ ਮਮ ਆਈ ਲਵ ਯੂ, ਮਮ ਵੇਅਰ ਆਰ ਯੂ, ਮਮ ਡੂ ਆਈ ਡੂ ਦਿਸ, ਜਾਂ ਕਈ ਵਾਰੀ ਇੱਦਾਂ ਹੁੰਦਾ ਕਿ ਮੰਮੀ ਖਾਣਾ ਬਣਾਉਂਦੇ ਆਉਣ ਲੱਗੇ ਆ, ਉਹਦੇ ਨਾਲ ਬਹੁਤ ਅਸਰ ਪੈਂਦਾ, ਬਹੁਤ ਮਨ ਵਿੱਚ ਖੁਸ਼ੀ ਹੁੰਦੀ ਆ। ਅੱਜ ਦਾ ਪ੍ਰੋਗਰਾਮ ਸਾਡਾ ਇੱਥੇ ਸਮਾਪਤ ਹੁੰਦਾ। ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਜਿੱਦਾਂ ਨਾ ਮੈਨੂੰ ਪਿਛਲੇ ਹਫ਼ਤੇ ਕਾਲਾਂ ਕਰਕੇ ਤੁਸੀਂ ਫੀਡਬੈਕ ਦਿੱਤੀ, ਇੱਦਾਂ ਹੀ ਦਿਆ ਕਰੋ। ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬਾਕੀ ਕਾਂਸ਼ੀ TV 'ਤੇ ਤੁਸੀਂ ਮੋਸਟ ਵੈਲਕਮ। ਨਵਾਂ ਟੈਲੀਫੋਨ ਮੈਂ ਤੁਹਾਨੂੰ 2 ਵਾਰ ਦੱਸਤਾ, ਸਕਰੀਨ 'ਤੇ ਵੀ ਆ ਰਿਹਾ, ਤੁਸੀਂ ਕਰੋ। ਮਿਲਾਂਗੇ ਅਗਲੇ ਹਫ਼ਤੇ, ਇੱਦਾਂ ਹੀ ਸੁਣਦੇ ਰਹੋ। ਸੀ ਯੂ। ਜੈ ਭੀਮ, ਜੈ ਗੁਰਦੇਵ।